उधर जरनैल भी फिर महीने को मगरों अपनी छुट्टी पूरी करके वापस कैंप चला गया। कुछ हफ्तियां बाद एक दिन सवेरे कर्मा अपने खेतां 'ਚ वाही कर रहा सी। जदों घरों रामा सीरी साइकिल ते हफदा होया उस दे कोल आया ते कहन लगा, करमिया रेशम धी दी तबीयत ठीक नहीं है, इस करके वड्डी सरदारनी ने तेनू हुणे घर बुलाया। इन्नी गल सुन के ही ओह ट्रैक्टर खेत च ही छड्ड के साइकिल चक के जोर नाल जल्दी जल्दी पैंडल मारदा होया अपने पिंड वल नूं तुर पिया। कर्मा जद 10 कुछ मिंटां बाद अपने घर पहुंचिया तां अपनी भाभी नूं विहड़े 'ਚ खड़ी देख के ओह उस दे कोल घबराया होया आया ते कहन लगा, भाभी रेशम किवें आ, की होया उस नूं? भाभी कुछ नहीं होया रेशम नूं, ओह अंदर आ ते शायद ठीक भी है, मैं देख के आउंदा उस नूं इन्ना कह के जद कर्मा अंदर जान लगा तां राणो उस दी बांह फड़ के रोकदे होए कहन लगी, नहीं वीरे तू हाले अंदर नहीं जाना, वैसे भी अंदर बेबे ते दाई होने हैगे आ, उवें भी जनानियां दी 100 गल्लां बातां हुंदियां, बंदियां तो परदे वालियां, बाकी तू भी समझदार है, मेरा इशारा तां समझ ही गया होवेगा, तू कोई फिक्र ना कर, सब ठीक हो जाना। राणो ने करमे नूं मंजे ते बिठाया ते हौसला रखन नूं कहा, पर अंदरों रेशम दियां दर्द नाल कराहण दियां आ रहीआं आवाज़ां उस नूं किते भी टिकन नहीं दे रहीआं सन। ओह उठ के इधर उधर घूमण लग पिया। अद्धे को घंटे बाद जद अंदरों बच्चे दे रोण दी आवाज़ सुनाई दिती तां करमे नूं किते सुख दा साह आया। फिर राणो फटाफट अंदर गई ते रेशम नूं मिल के उसनूं हिम्मत ते हौसला दिता। फिर कुछ देर बाद कपड़े 'ਚ बच्चे नूं लपेट के बाहर करमे कोल आके कहन लगी, लै वीरे देख ला रब ने तेरे घर परी भेज दिती आ, जमा चन्न वर्गी धी होई आ। कर्मा जल्दी नाल अपनी भाभी दे कोलों आया ते मूँह तो कपड़ा माड़ा जिहा परे करदा होया देख के कहन लगा, भाभी ये तां किन्नी सोहणी आ, छोटी जही चिड़ी तां दुध वर्गी गोरी चिट्टी जही आ, ਇਹ ਤਾਂ ਜਮਾ ਪਰੀਆਂ ਦੇ ਦੇਸ਼ੋਂ ਆਈ ਲੱਗਦੀ ਆ। ਭਾਬੀ ਮੈਂ ਵੀ ਚੱਕਣਾ ਆਪਣੀ ਧੀ ਨੂੰ। ਭਾਬੀ ਲੈ ਵੀਰੇ ਐਵੇਂ ਕਿਵੇਂ, ਤੂੰ ਹੁਣ ਖੇਤ ਵਾਹੁੰਦਾ ਹੋਇਆ ਆਇਆ ਏ, ਪਹਿਲਾਂ ਤੂੰ ਆਪਣਾ ਚੰਗੀ ਤਰ੍ਹਾਂ ਹੱਥ ਮੂੰਹ ਧੋ ਕੇ ਆ, ਫਿਰ ਰੇਸ਼ਮ ਨੂੰ ਵੀ ਮਿਲ ਲੈ ਜਾ ਕੇ, ਤੇਰੀ ਧੀ ਨੂੰ ਵੀ ਮੈਂ ਉਸਦੇ ਕੋਲ ਹੀ ਫੜਾਉਣ ਲੱਗੀ ਆ, ਬੱਚੀ ਨੂੰ ਭੁੱਖ ਲੱਗੀ ਹੋਊ, ਰੇਸ਼ਮ ਇਸ ਨੂੰ ਦੁੱਧ ਪਿਲਾ ਦੇਵੇਗੀ। ਕਰਮਾ ਫਿਰ ਫਟਾਫਟ ਨਲਕੇ ਤੇ ਹੱਥ ਪੈਰ ਧੋਣ ਚਲਾ ਗਿਆ। ਉਹ ਹੱਥ ਮੂੰਹ ਧੋ ਕੇ ਕੱਪੜੇ ਝਾੜਦਾ ਹੋਇਆ ਕਮਰੇ ਦੇ ਅੰਦਰ ਜਾਣ ਲੱਗਾ ਤਾਂ ਵੱਡੀ ਬੇਬੇ ਬਾਹਰ ਨਿਕਲਦੇ ਹੋਏ ਉਸ ਨੂੰ ਕਹਿਣ ਲੱਗੀ, ਕਰਮੇ ਪੁੱਤ ਵਧਾਈਆਂ ਹੋਣ ਤੈਨੂੰ, ਹੈ ਅੱਜ ਸਾਡੀ ਗੁਰਬਾਣੀ ਸਾਡੇ ਵਿਚਕਾਰ ਆ ਗਈ ਆ। ਕਰਮਾ ਫਿਰ ਬੇਬੇ ਦੇ ਪੈਰੀ ਹੱਥ ਲਗਾਉਂਦੇ ਹੋਏ ਕਹਿਣ ਲੱਗਾ, ਬੇਬੇ ਜੀ ਤੁਹਾਨੂੰ ਵੀ ਸਮਾਂ ਵਧਾਈਆਂ। ਰੇਸ਼ਮ ਕਿਵੇਂ ਹੈ, ਉਸਨੇ ਇਹ ਨਾਮ ਤੁਹਾਨੂੰ ਵੀ ਦੱਸ ਦਿੱਤਾ? ਬੇਬੇ ਹੋਰ ਕੀ, ਬਹੁਤ ਸੋਹਣਾ ਨਾਮ ਆ, ਸਾਡੀ ਲਾਡਲੀ ਜਿਹੀ ਧੀ ਦਾ, ਮਾਂ ਧੀ ਦੋਵੇਂ ਬਿਲਕੁਲ ਠੀਕ ਨੇ, ਤੇ ਪੁੱਤ ਜਾ ਅੰਦਰ ਜਾ ਕੇ ਮਿਲ ਲੈ ਆਪਣੀ ਰੇਸ਼ਮ ਨੂੰ। ਫਿਰ ਜਦ ਕਰਮਾ ਅੰਦਰ ਆਇਆ ਤਾਂ ਰੇਸ਼ਮ ਆਪਣੀ ਧੀ ਨੂੰ ਦੁੱਧ ਪਿਲਾ ਰਹੀ ਸੀ। ਕਰਮੇ ਨੂੰ ਦੇਖ ਕੇ ਸਾਹਮਣੇ ਦੀਵਾਰ ਤੇ ਲੱਗੀ ਤਸਵੀਰ ਵੱਲ ਇਸ਼ਾਰਾ ਕਰਦੇ ਹੋਏ ਕਹਿਣ ਲੱਗੀ, ਕਰਮਦੀਪ ਜੀ ਤੁਸੀਂ ਦੇਖਿਆ ਆਪਣੀ ਧੀ ਤਾਂ ਜਮਾ ਤੁਹਾਡੀ ਬੇਬੇ ਵਰਗੀ ਹੀ ਲੱਗਦੀ ਆ। ਕਰਮਾ ਉਸ ਦੇ ਕੋਲ ਕੁਰਸੀ ਕਰਦੇ ਬੈਠਦੇ ਹੋਏ ਕਹਿਣ ਲੱਗਾ, ਰੇਸ਼ਮ ਕਿਵੇਂ ਹੋ, ਤੁਸੀਂ ਜ਼ਿਆਦਾ ਤਕਲੀਫ ਤਾਂ ਨਹੀਂ ਹੋ ਰਹੀ? ਰੇਸ਼ਮ ਹਾਂਜੀ ਮੈਂ ਠੀਕ ਹਾਂ, ਤੁਸੀਂ ਆਪਣੀ ਧੀ ਨੂੰ ਮਿਲੋ। ਕਰਮਾ ਹਾਂਜੀ ਮਿਲ ਲਿਆ ਸੀ, ਇਹ ਤਾਂ ਆਪਣੀ ਮਾਂ ਤੋਂ ਵੀ ਜ਼ਿਆਦਾ ਸੋਹਣੀ ਹੈ, ਜੇ ਸਾਡੀ ਧੀ ਨੇ ਦੁੱਧ ਪੀ ਲਿਆ ਹੋਵੇ ਤਾਂ ਮੈਂ ਇਸ ਨੂੰ ਚੱਕ ਲਵਾਂ। ਰੇਸ਼ਮ ਹੁਣ ਤੁਸੀਂ ਸੁੱਤੀ ਨੂੰ ਚੱਕ ਕੇ ਕੀ ਕਰੋਗੇ, ਇਹ ਤਾਂ ਇਹ ਸੌ ਵੀ ਗਈ, ਹੁਣ ਇਸ ਨੂੰ ਆਰਾਮ ਨਾਲ ਸੌਣ ਦਿਓ, ਤੁਸੀਂ ਬਾਅਦ 'ਚ ਚੱਕ ਲੈਣਾ। ਕਰਮਾ ਲੈ ਹੁਣੇ ਤਾਂ ਇਹ ਜਾਗਦੀ ਸੀ, ਇੰਨੀ ਜਲਦੀ ਸੌ ਵੀ ਗਈ, ਇਹ ਜਵਾਕ ਵੀ ਨਾ ਝੱਟ ਸੌ ਜਾਂਦੇ ਨੇ। ਰੇਸ਼ਮ ਕਰਮਦੀਪ ਜੀ ਮੇਰੀ ਭੂਆ ਦੱਸਦੀ ਹੁੰਦੀ ਸੀ ਜਦ ਮੈਂ ਪੈਦਾ ਹੋਈ ਸੀ ਤਾਂ ਮੇਰਾ ਬਾਪੂ ਇੰਨਾ ਜ਼ਿਆਦਾ ਖੁਸ਼ ਨਹੀਂ ਸੀ ਹੋਇਆ ਕਿਉਂਕਿ ਉਸ ਨੂੰ ਤਾਂ ਸਿਰਫ ਪੁੱਤ ਚਾਹੀਦਾ ਸੀ, ਸੋ ਇਸ ਕਰਕੇ ਉਹਨਾਂ ਨੇ ਮੈਨੂੰ ਮੇਰੀ ਭੂਆ ਨੂੰ ਦੇ ਦਿੱਤਾ ਪਾਲਣ ਪੋਸ਼ਣ ਕਰਨ ਵਾਸਤੇ, ਕਿਉਂਕਿ ਫੁੱਫੜ ਜੀ ਤੇ ਉਹਨਾਂ ਦੇ ਪੁੱਤ ਦੇ ਪੂਰੇ ਹੋ ਜਾਣ ਤੋਂ ਬਾਅਦ ਉਹ ਆਪਣੇ ਘਰ ਵਿੱਚ ਬਹੁਤ ਇਕੱਲੇ ਰਹਿ ਗਏ ਸੀ। ਤੁਹਾਨੂੰ ਤਾਂ ਨਹੀਂ ਇਦਾਂ ਦਾ ਕੁਝ ਵੀ ਚਾਹੀਦਾ ਕਿ ਮੈਨੂੰ ਸਿਰਫ ਪੁੱਤ ਹੀ ਚਾਹੀਦੇ ਆ, ਧੀ ਨਹੀਂ। ਸੱਚ ਦੱਸਣਾ ਤੁਸੀਂ ਖੁਸ਼ ਤਾਂ ਹੋ ਨਾ, ਸਾਡੇ ਘਰ ਪਹਿਲਾ ਜੀ ਧੀ ਆਈ ਹੈ, ਪੁੱਤ ਕਿਉਂ ਨਹੀਂ?
ਆਇਆ। ਕਰਮਾ, ਲੈ ਰੇਸ਼ਮ, ਇਹ ਕਿਹੋ ਜਿਹੀਆਂ ਤੂੰ ਗੱਲਾਂ ਕਰ ਰਹੀ ਐ? ਤੂੰ ਮੈਨੂੰ ਚੰਗੀ ਤਰ੍ਹਾਂ ਜਾਣਦੀ ਐ, ਇਹੋ ਜਿਹੇ ਮੈਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ। ਤੂੰ ਇੰਨੇ ਦੁੱਖ ਤਕਲੀਫਾਂ ਜਰ ਕੇ ਮੈਨੂੰ ਜੋ ਪਿਓ ਬਣਨ ਦਾ ਸੁੱਖ ਦਿੱਤਾ ਹੈ ਨਾ, ਮੇਰੇ ਲਈ ਇਹ ਅਹਿਸਾਸ ਹੀ ਕਾਫੀ ਹੈ। ਫਿਰ ਚਾਹੇ ਔਲਾਦ ਧੀ ਹੋਵੇ ਜਾਂ ਪੁੱਤ, ਇਸ ਗੱਲ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਧੀਆਂ ਨਾਲ ਹੀ ਇਹ ਜਹਾਨ ਵਸਦਾ। ਅਸੀਂ ਤਾਂ ਕਿਸਮਤ ਵਾਲੇ ਹਾਂ ਜੋ ਵਾਹਿਗੁਰੂ ਜੀ ਨੇ ਸਾਨੂੰ ਧੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਸੋ ਤੂੰ ਦੁਬਾਰਾ ਕਦੇ ਵੀ ਅਜਿਹਾ ਖਿਆਲ ਆਪਣੇ ਦਿਮਾਗ 'ਚ ਨਾ ਲਿਆਵੀਂ। ਸਾਡੀ ਚਿੜੀ ਜਿਹੀ ਤਾਂ ਦੇਖ ਕਿਵੇਂ ਮਜ਼ੇ ਨਾਲ ਸੁੱਤੀ ਪਈ ਆ। ਹੁਣ ਤੂੰ ਵੀ ਆਰਾਮ ਕਰ ਲੈ। ਜੇ ਕੁਝ ਚਾਹੀਦਾ ਤਾਂ ਦੱਸ, ਮੈਂ ਸ਼ਹਿਰ ਚੱਲਿਆ ਸਭ ਦਾ ਮੂੰਹ ਮਿੱਠਾ ਕਰਾਉਣ ਲਈ, ਲੱਡੂ ਵਗੈਰਾ ਲੈਣ ਲਈ। ਰੇਸ਼ਮ, ਨਹੀਂ ਜੀ, ਮੈਨੂੰ ਕੁਝ ਨਹੀਂ ਚਾਹੀਦਾ, ਬਸ ਤੁਸੀਂ ਧਿਆਨ ਨਾਲ ਜਾਣਾ ਤੇ ਧਿਆਨ ਨਾਲ ਹੀ ਵਾਪਸ ਆਉਣਾ। ਫਿਰ ਕਰਮਾ ਉੱਠ ਕੇ ਕਮਰੇ 'ਚੋਂ ਬਾਹਰ ਆ ਗਿਆ। ਬੇਬੇ ਨੂੰ ਮਿਲ ਕੇ ਉਹ ਸਮਾਨ ਲੈਣ ਲਈ ਸ਼ਹਿਰ ਵੱਲ ਨੂੰ ਚੱਲ ਪਿਆ। 2 ਕੁ ਘੰਟੇ ਬਾਅਦ ਉਹ ਸਾਰਾ ਸਮਾਨ ਲੈ ਕੇ ਵਾਪਸ ਮੁੜਿਆ। ਫਿਰ ਆਂਢ ਗੁਆਂਢ ਦੀਆਂ ਬੁੜੀਆਂ ਜੋ ਗੁਰਬਾਣੀ ਨੂੰ ਦੇਖਣ ਆ ਰਹੀਆਂ ਸਨ, ਸਭ ਨੂੰ ਚਾਹ ਦੇ ਨਾਲ ਮਿੱਠਾ ਵਰਤਾਇਆ ਗਿਆ। ਸ਼ਾਮ ਨੂੰ ਬੇਬੇ ਨੇ ਜਰਨੈਲ ਨੂੰ ਕਰਮੇ ਦੇ ਘਰ ਧੀ ਹੋਣ ਬਾਰੇ ਫੋਨ ਕਰਕੇ ਦੱਸਿਆ, ਜਿਸ ਨੂੰ ਸੁਣ ਕੇ ਉਹ ਕਹਿਣ ਲੱਗਾ, ਬੇਬੇ, ਇਹ ਤਾਂ ਬਹੁਤ ਚੰਗਾ ਹੋਇਆ, ਭੈਣ ਭਰਾ ਦੀ ਜੋੜੀ ਬਣ ਗਈ। ਹੁਣ ਦੋਨੋਂ ਆਪਸ 'ਚ ਖੇਡਦੇ ਰਿਹਾ ਕਰਨਗੇ। ਅਗਲੇ ਦਿਨ ਰੇਸ਼ਮ ਦੇ ਘਰ ਵੀ ਸੁਨੇਹਾ, ਉਸਦੇ ਮਾਂ ਬਣਨ ਦਾ ਸੁਨੇਹਾ ਪਹੁੰਚ ਗਿਆ, ਜਿਸ ਨੂੰ ਸੁਣ ਕੇ ਉਸਦੇ ਬਾਪੂ ਬੇਬੇ ਬਹੁਤ ਖੁਸ਼ ਹੋਏ। ਉਧਰ ਵਾਢੀ ਦਾ ਸੀਜ਼ਨ ਚੱਲਦਾ ਹੋਣ ਕਰਕੇ ਰੇਸ਼ਮ ਦੇ ਬੇਬੇ ਬਾਪੂ ਨੇ ਕੁਝ ਦਿਨਾਂ ਬਾਅਦ ਉਸ ਨੂੰ ਮਿਲਣ ਆਉਣਾ ਸੀ। ਫਿਰ ਕੁਝ ਦਿਨਾਂ ਬਾਅਦ ਰੇਸ਼ਮ ਦੇ ਬੇਬੇ ਬਾਪੂ ਦੋਵੇਂ ਜਾਣੇ ਆਏ ਤੇ ਉਹਨਾਂ ਨੇ ਰੇਸ਼ਮ ਤੇ ਉਸਦੀ ਧੀ ਨੂੰ ਮਿਲ ਕੇ ਉਹਨਾਂ ਦੋਨਾਂ ਨੂੰ ਫਿਰ ਢੇਰ ਸਾਰਾ ਪਿਆਰ ਦਿੱਤਾ। ਫਿਰ ਉਹ ਸਾਰੇ ਬੈਠੇ ਚਾਹ ਪੀਂਦੇ ਹੋਏ ਗੱਲਾਂ ਬਾਤਾਂ ਮਾਰਦੇ ਰਹੇ। ਉਸ ਤੋਂ ਬਾਅਦ ਉਹਨਾਂ ਨੇ ਰੋਟੀ ਪਾਣੀ ਖਾਧਾ। ਫਿਰ ਸ਼ਾਮ ਨੂੰ ਜਾਣ ਤੋਂ ਪਹਿਲਾਂ ਉਹਨਾਂ ਨੇ ਰੇਸ਼ਮ ਨੂੰ ਇੱਕ ਸੋਨੇ ਦਾ ਹਾਰ ਪਾਇਆ ਤੇ ਉਸ ਦੀ ਧੀ ਨੂੰ ਚਾਂਦੀ ਦੀਆਂ ਝਾਂਜਰਾਂ ਦੇ ਪੈਸੇ ਸ਼ਗਨ ਵਾਜੋਂ ਪਾ ਕੇ ਦੋਨਾਂ ਨੂੰ ਆਪਣਾ ਪਿਆਰ ਦਿੱਤਾ। ਇਸ ਤੋਂ ਪਹਿਲਾਂ ਕਿ ਕਰਮੇ ਦੇ ਨਾਨੇ ਨੂੰ ਇਹ ਖਬਰ ਦਿੱਤੀ ਜਾਂਦੀ, ਜਿਸ ਦਿਨ ਰੇਸ਼ਮ ਦੇ ਬੇਬੇ ਬਾਪੂ ਆਏ ਸਨ, ਉਸੇ ਦਿਨ ਸ਼ਾਮ ਨੂੰ ਕੁਦਰਤੀ ਹੀ ਉਸਦਾ ਹੀ ਫੋਨ ਆ ਗਿਆ। ਕਰਮੇ ਨੇ ਜਦ ਉਹਨਾਂ ਨੂੰ ਪੜਨਾਨਾ ਤੇ ਖੁਦ ਦੇ ਧੀ ਦਾ ਪਿਓ ਬਣਨ ਜਾਣ ਬਾਰੇ ਦੱਸਿਆ ਤਾਂ ਉਹ ਖੁਸ਼ੀ 'ਚ ਦੂਣੇ ਹੋ ਗਏ। ਫਿਰ ਜਦ ਉਹ ਅਗਲੇ ਦਿਨ ਮਾਵਾਂ ਧੀਆਂ ਨੂੰ ਮਿਲਣ ਆਉਣ ਦਾ ਕਹਿਣ ਲੱਗੇ ਤਾਂ ਕਰਮਾ ਕਹਿਣ ਲੱਗਾ, ਕੀ ਨਾਨਾ ਜੀ, ਹੋਰ ਥੋੜੇ ਦਿਨ ਤੱਕ ਆਉਂਦੇ ਆ, ਅਗਲੇ ਮਹੀਨੇ ਦੇ ਪਹਿਲੇ ਐਤਵਾਰ ਨੂੰ। ਰੇਸ਼ਮ ਦੇ ਬੇਬੇ ਬਾਪੂ ਹੁਣਾਂ ਨੇ ਘਿਓ ਲੈ ਕੇ ਆਉਣਾ, ਤੁਸੀਂ ਵੀ ਉਸ ਦਿਨ ਆ ਜਾਣਾ, ਨਾਲੇ ਇਸ ਬਹਾਨੇ ਤੁਸੀਂ ਸਾਰਿਆਂ ਨਾਲ ਮਿਲ ਲਵੋਗੇ। ਕਰਮੇ ਦੇ ਨਾਨੇ ਨੂੰ ਉਸ ਦੀ ਗੱਲ ਸਹੀ ਲੱਗੀ। ਫਿਰ ਉਸਨੇ ਵੀ ਉਸੇ ਐਤਵਾਰ ਨੂੰ ਆਪਣੇ ਆਉਣ ਦਾ ਪ੍ਰੋਗਰਾਮ ਬਣਾ ਲਿਆ। ਐਵੇਂ ਹੀ ਖੁਸ਼ੀ-ਖੁਸ਼ੀ ਦਿਨ ਵੀ ਬੀਤਣ ਲੱਗੇ। ਕਰਮਾ ਤਾਂ ਖੇਤ ਤੋਂ ਆ ਕੇ ਕਿੰਨਾ ਚਿਰ ਬੈਠਾ ਆਪਣੀ ਧੀ ਨਾਲ ਹੀ ਗੱਲਾਂ ਕਰਦਾ ਰਹਿੰਦਾ ਸੀ। ਅੱਜ ਰੇਸ਼ਮ ਦੇ ਮਾਪਿਆਂ ਨੇ ਉਸਦਾ ਘਿਓ ਲੈ ਕੇ ਆਉਣਾ ਸੀ। ਅੱਜ ਪਹਿਲੀ ਵਾਰੀ ਰੇਸ਼ਮ ਦੇ ਸਾਰੇ ਪਰਿਵਾਰ ਨੇ ਉਸਦੇ ਸਹੁਰੇ ਘਰ ਆਉਣਾ ਸੀ, ਜਿਸ ਕਰਕੇ ਰਾਣੋ ਤਾਂ ਸਵੇਰੇ ਤੜਕੇ ਦੀ ਹੀ ਘਰ ਦੇ ਕੰਮ 'ਚ ਉਲਝੀ ਹੋਈ ਸੀ। ਕਰਮਾ ਆਪਣੀ ਭਾਬੀ ਨਾਲ ਰਸੋਈ ਦੇ ਕੰਮ ਕਰਵਾ ਰਿਹਾ ਸੀ। ਰੇਸ਼ਮ ਆਪਣੀ ਧੀ ਤੇ ਜੋਰਾਵਰ ਨਾਲ ਬੈਠੀ ਖੇਡ ਰਹੀ ਸੀ। ਜਦ ਸਵੇਰ ਦੇ 10 ਕੁ ਵਜੇ ਤਾਂ ਰੇਸ਼ਮ ਦੇ ਘਰ ਵਾਲੇ ਵੀ ਆ ਪਹੁੰਚੇ। ਕਰਮੇ ਹੁਣਾਂ ਨੇ ਸਾਰਿਆਂ ਨੇ ਉਹਨਾਂ ਦਾ ਸਵਾਗਤ ਕਰਕੇ ਘਰ ਦੇ ਅੰਦਰ ਲੈ ਕੇ ਆਂਦਾ। ਬਾਹਰ ਬਰਾਂਡੇ 'ਚ ਸਭ ਦੇ ਬੈਠਣ ਦਾ ਇੰਤਜ਼ਾਮ ਕੀਤਾ ਹੋਇਆ ਸੀ। ਜਦ ਉਹ ਸਾਰੇ ਰੇਸ਼ਮ ਉਸਦੀ ਬੇਬੇ ਭਾਬੀ ਹੁਣਾਂ ਨੂੰ ਮਿਲੇ ਤਾਂ ਸਭ ਨੂੰ ਬਿਠਾ ਕੇ ਚਾਹ ਪਾਣੀ ਵਰਤਾਇਆ ਗਿਆ। ਫਿਰ ਜਦ ਉਹ ਸਾਰੇ ਬੈਠੇ ਗੱਲਾਂ ਬਾਤਾਂ ਕਰ ਰਹੇ ਸਨ ਤਾਂ ਬਾਹਰੋਂ ਢੋਲ ਵੱਜਣ ਦੀ ਆਵਾਜ਼ ਆਉਣ ਲੱਗੀ। ਇਹ ਦੇਖ ਕੇ ਬੇਬੇ ਕਹਿਣ ਲੱਗੀ, ਕਰਮਾ, ਜਾ ਕੇ ਦੇਖ ਬਾਹਰ ਕੌਣ ਆ। ਕਰਮਾ, ਬੇਬੇ ਜੀ, ਮੈਨੂੰ ਤਾਂ ਨਾਨਾ ਜੀ ਹੀ ਲੱਗਦੇ ਆ। ਉਹ ਕਹਿੰਦੇ ਨਹੀਂ ਸੀ ਮੈਂ ਗੱਜ ਵੱਜ ਕੇ ਆਪਣੀ ਪੜਦੋਤੀ ਨੂੰ ਮਿਲਣ ਆਵਾਂਗਾ। ਇੰਨਾ ਆ ਕੇ ਉਹ ਬਾਹਰ ਵੱਲ ਨੂੰ ਉੱਠ ਕੇ ਤੁਰ ਪਿਆ। ਉਸ ਤੋਂ ਬਾਅਦ ਰੜਕ ਸਿੰਘ ਕਹਿਣ ਲੱਗਾ, ਭੈਣ ਜੀ, ਕਿਹੜੇ ਨਾਨੇ ਦੀ ਗੱਲ ਕਰ ਰਹੇ ਆ? ਕਰਮਾ, ਬੇਬੇ, ਕਿਉਂ ਭਾਈ ਸਾਹਿਬ, ਰੇਸ਼ਮ ਨੂੰ ਤੁਹਾਨੂੰ ਦੱਸਿਆ ਨਹੀਂ ਸੀ? ਕਰਮੇ ਦਾ ਅਸਲੀ ਘਰ-ਬਾਰ ਅਸੀਂ ਲੱਭ ਹੀ ਲਿਆ ਏ। ਕਰਮਾ ਤਾਂ ਹਰਿਆਣੇ ਦੇ ਬਾਰਡਰ ਕੋਲ ਪੈਂਦੇ ਇੱਕ ਪਿੰਡ ਦੇ ਮਸ਼ਹੂਰ ਭਲਵਾਨ ਸਰਦਾਰ ਜਗਰੂਪ ਸਿੰਘ ਢਿੱਲੋਂ ਦਾ ਦੋਹਤਾ ਏ। ਰੜਕ ਸਿੰਘ ਫਿਰ ਕੁਝ ਸੋਚਦੇ ਹੋਏ ਕਹਿਣ ਲੱਗਾ, ਕਿਤੇ ਤੁਸੀਂ ਗੜਵਾਲ ਪਿੰਡ ਦੇ ਉਸ ਜਗਰੂਪ ਸਿੰਘ ਦੀ ਤਾਂ ਨਹੀਂ ਗੱਲ ਕਰ ਰਹੇ ਜੋ ਹੁਣ ਆਪਣੇ ਆਸੇ-ਪਾਸੇ ਦੇ ਪਿੰਡਾਂ ਦੇ ਜਵਾਕਾਂ ਨੂੰ ਭਲਵਾਨੀ ਸਿਖਾਉਂਦਾ ਏ? ਬੇਬੇ, ਹਾਂਜੀ, ਬਿਲਕੁਲ ਸਹੀ ਪਛਾਣਿਆ ਤੁਸੀਂ। ਕਰਮਾ ਉਹਨਾਂ ਦਾ ਹੀ ਖੂਨ ਹੈ। ਹੁਣ ਤੁਸੀਂ 2 ਮਿੰਟ ਬੈਠੋ, ਅਸੀਂ ਉਹਨਾਂ ਦਾ ਸਵਾਗਤ ਕਰਕੇ ਸਾਰਿਆਂ ਨੂੰ ਅੰਦਰ ਲੈ ਆਈਏ।
ਫਿਰ ਬੇਬੇ ਵੀ ਉੱਠ ਕੇ ਬਾਹਰ ਗੇਟ ਵੱਲ ਨੂੰ ਚਲੀ ਗਈ। ਜਦ ਉਹ ਕਰਮੇ ਕੋਲ ਪਹੁੰਚੀ ਤਾਂ ਦੇਖਿਆ ਉਸ ਦਾ ਨਾਨਾ ਢੋਲ ਵਾਲਿਆਂ ਨੂੰ ਨਾਲ ਲੈ ਕੇ ਖੁਸ਼ੀ 'ਚ ਆਪ ਹੀ ਭੰਗੜਾ ਪਾਉਂਦਾ ਹੋਇਆ ਤੁਰਿਆ ਆ ਰਿਹਾ ਸੀ। ਜਦ ਉਹ ਹਵੇਲੀ ਦੇ ਦਹਿਲੀਜ਼ ਕੋਲ ਪਹੁੰਚੇ ਤਾਂ ਕਰਮੇ ਨੇ ਆਪਣੇ ਨਾਨੇ ਦੇ ਪੈਰੀ ਹੱਥ ਲਗਾਇਆ। ਫਿਰ ਉਹਨਾਂ ਨੇ ਉਸ ਨੂੰ ਆਪਣੇ ਸੀਨੇ ਨਾਲ ਲਗਾ ਪਿਆਰ ਦਿੱਤਾ। ਬੇਬੇ ਨੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾ ਕੇ ਉਹਨਾਂ ਨੂੰ ਅੰਦਰ ਆਉਣ ਨੂੰ ਕਿਹਾ। ਫਿਰ ਕਰਮੇ ਦਾ ਨਾਨਾ ਆਪਣੇ ਦੋਵੇਂ ਭਲਵਾਨਾਂ ਦੇ ਨਾਲ ਘਰ ਦੇ ਅੰਦਰ ਆਇਆ। ਜਦ ਉਹ ਆ ਕੇ ਕੁਰਸੀ ਤੇ ਬੈਠੇ ਤਾਂ ਕਰਮਾ ਉਹਨਾਂ ਦੀ ਜਾਣ ਪਹਿਚਾਣ ਰੇਸ਼ਮ ਦੇ ਘਰ ਵਾਲਿਆਂ ਨਾਲ ਕਰਾਉਂਦੇ ਹੋਏ ਕਹਿਣ ਲੱਗਾ, ਨਾਨਾ ਜੀ ਇਹ ਆ ਸਰਦਾਰ ਰੜਕ ਸਿੰਘ ਜੀ, ਰੇਸ਼ਮ ਦੇ ਬਾਪੂ ਜੀ ਆ, ਤੇ ਆ ਉਹਨਾਂ ਦੇ ਬੇਬੇ। ਬਾਕੀ ਨਾਲ ਬੈਠੇ ਆ ਰੇਸ਼ਮ ਦੇ ਭਰਾ ਜਗਰੂਪ ਸਿੰਘ ਨੇ। ਤੇ ਫਿਰ ਸਾਰੇ ਪਰਿਵਾਰ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ। ਉਹਨਾਂ ਸਾਰਿਆਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ। ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਰੜਕ ਸਿੰਘ ਕਹਿਣ ਲੱਗਾ, ਭਾਈ ਸਾਹਿਬ ਤੁਹਾਨੂੰ ਯਾਦ ਹੈ ਇੱਕ ਵਾਰੀ ਤੁਸੀਂ ਸਾਡੇ ਬਾਜਰੇ ਪਿੰਡ ਛਿੰਝ ਖੇਡਣ ਆਏ ਸੀ, ਪਰ ਉਸੇ ਪ੍ਰਬੰਧਕਾਂ ਤੇ ਕੁਝ ਭਲਵਾਨਾਂ ਵਿਚਕਾਰ ਗਲਤ ਫੈਸਲਾ ਸੁਣਾਉਣ ਕਰਕੇ ਮਤਭੇਦ ਹੋ ਗਏ ਸਨ, ਜਿਸ ਕਰਕੇ ਗੱਲ ਹੱਥੋਂ ਪਾਈ ਤੱਕ ਪਹੁੰਚ ਗਈ ਸੀ। ਫਿਰ ਤੁਸੀਂ ਆਪ ਵਿੱਚ ਆ ਕੇ ਗੱਲ ਨਿਬੇੜੀ ਸੀ ਤੇ ਕਿੱਦਾਂ ਕੱਲੇ ਨੂੰ ਦੌੜਾ ਕੇ ਕੁੱਟਿਆ ਸੀ। ਉਹ ਦਿਨ ਅੱਜ ਵੀ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ। ਉਸ ਦੀ ਗੱਲ ਸੁਣ ਕੇ ਜਗਰੂਪ ਸਿੰਘ ਕਹਿਣ ਲੱਗਾ, ਹਾਂਜੀ ਭਾਈ ਸਾਹਿਬ, ਬਹੁਤ ਚੰਗੀ ਤਰ੍ਹਾਂ ਯਾਦ ਹੈ ਮੈਨੂੰ। ਉਦੋਂ ਮੈਂ ਹਾਲੇ ਭਲਵਾਨੀ ਕਰਨੀ ਸ਼ੁਰੂ ਹੀ ਕੀਤੀ ਸੀ। ਇੰਨੇ ਨੂੰ ਕਰਮਾ ਉਹਨੇ ਦੇ ਲਈ ਵੀ ਚਾਹ ਦੇ ਨਾਲ ਬਿਸਕੁਟ ਲਿਆ ਕੇ ਉਹਨਾਂ ਦੇ ਅੱਗੇ ਰੱਖਦਾ ਹੋਇਆ ਕਹਿਣ ਲੱਗਾ, ਲਓ ਨਾਨਾ ਜੀ ਹੁਣ ਤੁਸੀਂ ਪਹਿਲਾਂ ਚਾਹ ਪੀਓ। ਉਧਰ ਜਾਗਰ ਇੱਕ ਸਾਈਡ ਤੇ ਖੜਾ ਹੋਇਆ ਜਗਰੂਪ ਸਿੰਘ ਦੇ ਪਿੱਛੇ ਖੜੇ ਭਲਵਾਨਾਂ ਨੂੰ ਦੇਖਦੇ ਹੋਏ ਆਪਣੇ ਭਰਾ ਨਾਜਰ ਨੂੰ ਕਹਿਣ ਲੱਗਾ, ਨਾਜਰਾ ਉਹ ਬੰਦਾ ਮੈਨੂੰ ਤਾਂ ਉਹੀ ਲੱਗਦਾ ਜੋ ਉਸ ਦਿਨ ਬਲਦਾਂ ਦੀ ਦੌੜ 'ਚ ਸਾਨੂੰ ਹਰਾ ਕੇ ਪਹਿਲਾਂ ਇਨਾਮ ਲੈ ਕੇ ਗਿਆ ਸੀ। ਨਾਜਰ, ਹਾਂ ਬਾਈ ਹੈਗਾ ਤਾਂ ਇਹੀ ਉਹੀ ਆ, ਮਤਲਬ ਸਾਨੂੰ ਹਰਾਉਣ ਵਾਲਾ ਇਹ ਸਾਲੇ ਨੰਗ ਕਰਮੇ ਦਾ ਖਾਨਦਾਨ ਸੀ। ਕੋਈ ਗੱਲ ਨਹੀਂ, ਦੇਖ ਲਵਾਂਗੇ ਅਸੀਂ ਵੀ। ਮੈਨੂੰ ਤਾਂ ਇਹ ਬੁੜਾ ਵੀ ਕੋਈ ਮੋਟੀ ਅਸਾਮੀ ਹੀ ਲੱਗਦਾ। ਜਾਗਰ, ਉਹ ਕਾਹਨੂੰ ਜਵਾਨੀ ਵੇਲੇ ਜਿੱਤਿਆ ਛਿੰਝਾਂ ਚੋਂ ਖੱਟਿਆ ਹੋਊ ਆ ਸਭ ਕੁਝ ਜੋ ਅੱਜ ਇਹ ਪਾਈ ਫਿਰਦਾ ਨਾ, ਹੋਰ ਕਿਤੇ ਇਹ ਕੋਈ ਪਟਿਆਲੇ ਵਾਲਾ ਮਹਾਰਾਜਾ ਲੱਗ ਜਾਊ। ਪਤਾ ਦੇਖਦੇ ਆ ਅੱਜ ਇਹ ਆਪਣੀ ਦੋਤੇ ਨੂੰ ਪਿਓ ਬਣਨ ਤੇ ਕੀ ਦੇ ਕੇ ਜਾਂਦਾ। ਫਿਰ ਦੁਪਹਿਰ ਨੂੰ ਸਾਰੀਆਂ ਰੋਟੀ ਪਾਣੀ ਛਕਾਇਆ ਗਿਆ। ਉਸ ਤੋਂ ਬਾਅਦ 3 ਵਜੇ ਨੂੰ ਰੇਸ਼ਮ ਦੀ ਘਰਦਿਆਂ ਨੇ ਜੋ ਸਮਾਨ ਉਸਦੇ ਲਈ ਲੈ ਕੇ ਆਂਦਾ ਸੀ ਉਹ ਸਭ ਕੁਝ ਉਸਦੀ ਝੋਲੀ 'ਚ ਪਾ ਦਿੱਤਾ। ਫਿਰ ਕਰਮੇ ਦੇ ਨਾਨੇ 2 ਸੋਨੇ ਦੇ ਕੰਗਣ ਗੁਰਬਾਣੀ ਦੇ ਹੱਥ ਪਾਏ ਤੇ ਕਹਿਣ ਲੱਗਾ, ਪੁੱਤਰਾ ਇਹ ਕੰਗਣ ਜਦ ਤੇਰੀ ਮਾਂ ਹੋਈ ਸੀ ਨਾ ਉਦੋਂ ਉਸਦੀ ਮਾਂ ਨੇ ਉਸਦੇ ਹੱਥਾਂ 'ਚ ਪਾਏ ਸਨ ਤੇ ਅੱਜ ਮੈਂ ਇਹ ਕੰਗਣ ਤੇਰੀ ਧੀ ਦੇ ਪਾ ਰਿਹਾ। ਸ਼ਾਇਦ ਇਸੇ ਦਿਨ ਕਰਕੇ ਹੀ ਮੈਂ ਆਹ ਕੰਗਣ ਅੱਜ ਤੱਕ ਸਾਂਭੇ ਹੋਏ ਸਨ ਤੇ ਆਹ ਫੜ ਤੇਰੀ ਮਾਂ ਦੀ ਅਮਾਨਤ ਜੋ ਮੈਂ ਅੱਜ ਤੱਕ ਸਾਂਭੀ ਬੈਠਾ, ਕਹਿ ਕੇ ਉਸ ਨੂੰ ਕੁਝ ਜ਼ਮੀਨ ਦੇ ਕਾਗਜ਼ ਫੜਾ ਦਿੱਤੇ। ਕਰਮੇ ਨੇ ਜਦ ਉਹ ਕਾਗਜ਼ ਖੋਲ ਕੇ ਦੇਖੇ ਤਾਂ ਉਹ ਆਪਣੇ ਨਾਨੇ ਨੂੰ ਕਹਿਣ ਲੱਗਾ, ਨਹੀਂ ਨਾਨਾ ਜੀ, ਮੈਨੂੰ ਇਹ ਜ਼ਮੀਨ ਨਹੀਂ ਚਾਹੀਦੀ। ਤੁਸੀਂ ਇੱਥੇ ਆਏ, ਸਾਨੂੰ ਆਪਣਾ ਪਿਆਰ ਆਸ਼ੀਰਵਾਦ ਦਿੱਤਾ, ਸਾਡੇ ਲਈ ਇਹੀ ਬਹੁਤ ਹੈ। ਨਾਨਾ, ਉਹ ਕੁਝ ਨਹੀਂ ਹੁੰਦਾ, ਰੱਖ ਲੈ ਪੁੱਤ। ਜੇ ਤੇਰੀ ਮਾਂ ਅੱਜ ਜਿਉਂਦੀ ਹੁੰਦੀ ਤਾਂ ਉਸਨੇ ਵੀ ਤਾਂ ਹੱਕ ਨਾਲ ਰੱਖ ਲੈਣੀ ਸੀ। ਹੁਣ ਤੇਰੀ ਮਾਂ ਤਾਂ ਹੈ ਨਹੀਂ, ਜੋ ਵੀ ਕੁਝ ਹੈ ਬਸ ਤੂੰ ਹੀ ਤਾਂ। ਜੇ ਤੂੰ ਨਹੀਂ ਰੱਖਣੀ ਤਾਂ ਕੱਲ ਨੂੰ ਆਪਣੀ ਧੀ ਦੇ ਨਾਮ ਕਰ ਦੇਈਂ। ਅੱਜ ਤਾਂ ਮੈਂ ਆਪਣੀ ਕੰਮੋਂ ਦੇ ਹਿੱਸੇ ਦੀ ਜ਼ਮੀਨ ਤੈਨੂੰ ਦੇ ਕੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਗਿਆ। ਚੰਗਾ, ਫਿਰ ਹੁਣ ਦੋਨਾਂ ਨੇ ਖਿਆਲ ਰੱਖਣਾ ਆਪਣਾ ਵੀ ਤੇ ਘਰਦਿਆਂ ਦਾ ਵੀ। ਜ਼ਿੰਦਗੀ 'ਚ ਜਦ ਕਦੇ ਵੀ ਲੋੜ ਪਵੇ ਨਾ ਤਾਂ ਮੈਨੂੰ ਯਾਦ ਕਰ ਲਵੀਂ। ਫਿਰ ਕਰਮੇ ਹੁਣਾਂ ਨੇ ਦੋਵੇਂ ਪਰਿਵਾਰਾਂ ਨੂੰ ਬਹੁਤ ਆਦਰ ਸਤਿਕਾਰ ਨਾਲ ਆਪਣੇ ਘਰੋਂ ਵਿਦਾ ਕੀਤਾ। ਉਸ ਦਿਨ ਸ਼ਾਮ ਦੀ ਰੋਟੀ ਖਾ ਕੇ ਜਦ ਕਰਮਾ ਆਪਣੇ ਕਮਰੇ 'ਚ ਬੈਠਾ ਹੋਇਆ ਸੀ ਤਾਂ ਰੇਸ਼ਮ ਆਪਣੇ ਦੋਨਾਂ ਲਈ ਦੁੱਧ ਲੈ ਕੇ ਆਈ ਤੇ ਉਸਦੇ ਕੋਲ ਬੈਠਦੀ ਹੋਈ ਕਹਿਣ ਲੱਗੀ, ਕਰਮਦੀਪ ਜੀ, ਦੇਖਿਆ ਤੁਸੀਂ, ਤੁਹਾਨੂੰ ਨਾ ਸਿਰਫ ਹੁਣ ਆਪਣਾ ਘਰ-ਬਾਰ ਮਿਲ ਗਿਆ, ਇਹ ਬਲਕਿ ਨਾਲ ਜ਼ਮੀਨ ਜਾਇਦਾਦ ਵੀ ਮਿਲ ਗਈ ਹੈ। ਹੁਣ ਤੁਹਾਨੂੰ ਕਿਤੇ ਬਾਹਰ ਕੰਮ ਕਰਨ ਜਾਣ ਦੀ ਲੋੜ ਨਹੀਂ ਹੈ। ਕਰਮਾ, ਨਹੀਂ ਰੇਸ਼ਮ, ਇਹ ਗੱਲ ਤੂੰ ਗਲਤ ਕਹਿ ਰਹੀ ਹੈ। ਮੇਰੀ ਇਸ ਘਰ ਤੇ ਜੱਗ ਪਹਿਚਾਣ ਮੇਰੇ ਕੰਮ ਕਰਕੇ ਹੀ ਤਾਂ ਹੈ। ਕੰਮ ਦੇ ਬਿਨਾਂ ਬੰਦਾ ਕਾਹਦੇ ਜੋਗਾ? ਸੋ ਮੈਂ ਕੰਮ ਕਰਨਾ ਛੱਡ ਨਹੀਂ ਸਕਦਾ। ਬੇਸ਼ੱਕ ਨਾਨਾ ਜੀ ਨੇ ਮੈਨੂੰ ਇੰਨੀ ਸਾਰੀ ਜ਼ਮੀਨ ਦਿੱਤੀ ਹੈ, ਪਰ ਉਹ ਜ਼ਮੀਨ ਮੈਂ ਆਪਣੀ ਧੀ ਦੇ ਨਾਮ ਲਗਾਵਾਂਗਾ। ਮੈਂ ਆਪਣੀ
ਮਿਹਨਤ ਨਾਲ ਆਪਣੇ ਲਈ ਸਭ ਕੁਝ ਬਣਾਵਾਂਗਾ। ਤੈਨੂੰ ਯਾਦ ਹੈ ਰੇਸ਼ਮ, ਜਦ ਆਪਾਂ ਤੇਰੇ ਪੇਕੇ ਘਰ ਪਹਿਲੀ ਵਾਰੀ ਗਏ ਸੀ ਤਾਂ ਤੂੰ ਇੱਕ ਵਾਰੀ ਆਪਣੇ ਭਰਾਵਾਂ ਨੂੰ ਕਿਹਾ ਸੀ ਕਿ ਇੱਕ ਦਿਨ ਮੈਂ ਬਹੁਤ ਵੱਡਾ ਆਦਮੀ ਬਣਾਂਗਾ। ਮੈਂ ਤਾਂ ਉਸੇ ਦਿਨ ਹੀ ਸੋਚ ਲਿਆ ਸੀ ਕਿ ਮੈਂ ਸਭ ਕੁਝ ਬਣ ਕੇ ਦਿਖਾਵਾਂਗਾ। ਨਹੀਂ, ਲੋਕਾਂ ਦਾ ਕੀ ਹੈ, ਕੱਲ ਤੇਰੇ ਭਰਾਵਾਂ ਨੇ ਮੇਰੀ ਬੇਇੱਜ਼ਤੀ ਕੀਤੀ ਸੀ, ਕੱਲ ਨੂੰ ਐਵੇਂ ਕੋਈ ਹੋਰ ਉੱਠ ਕੇ ਕਹਿ ਦੇਵੇਗਾ ਕਿ ਕਰਮਾ ਤਾਂ ਆਪਣੇ ਨਾਨਕਿਆਂ ਤੋਂ ਦਾਨ 'ਚ ਮਿਲੀ ਜ਼ਮੀਨ ਦੇ ਸਿਰ ਤੇ ਸਰਦਾਰੀ ਕਰਦਾ ਫਿਰਦਾ ਏ। ਵੀਰਾ ਹਮੇਸ਼ਾ ਸਹੀ ਤਾਂ ਕਹਿੰਦਾ ਏ, ਸਰਦਾਰੀ ਤਾਂ ਹਮੇਸ਼ਾ ਆਪਣੇ ਮਿਹਨਤ ਨਾਲ ਕਮਾਈ ਇੱਜ਼ਤ ਦੇ ਸਿਰ ਤੇ ਹੀ ਕੀਤੀ ਜਾਂਦੀ ਹੈ। ਤੂੰ ਤਾਂ ਮੈਨੂੰ ਜਾਣਦੀ ਹੀ ਐ, ਮੈਂ ਸਿਰ ਚੱਕ ਕੇ ਜਿਉਣ ਦਾ ਆਦੀ ਹਾਂ। ਮੈਂ ਆਪਣੀ ਜ਼ਿੰਦਗੀ 'ਚ ਕੋਈ ਮੁਕਾਮ ਹਾਸਲ ਕਰਨਾ ਹੈ ਤਾਂ ਮਤਲਬ ਕਰਨਾ ਹੈ, ਤੇ ਉਸ ਲਈ ਮੈਨੂੰ ਤੇਰਾ ਸਾਥ ਚਾਹੀਦਾ। ਰੇਸ਼ਮ, ਮੈਂ ਤਾਂ ਜੀ ਹਮੇਸ਼ਾ ਹੀ ਤੁਹਾਡੇ ਨਾਲ ਆ, ਤੁਸੀਂ ਜੋ ਕਰਨਾ ਕਰੋ। ਮੈਂ ਜ਼ਿੰਦਗੀ ਦਾ ਹਰ ਕਦਮ 'ਚ ਕੱਲ੍ਹ ਵੀ ਤੁਹਾਡੇ ਨਾਲ ਸੀ ਤੇ ਹਮੇਸ਼ਾ ਹੀ ਰਹਾਂਗੀ। ਇੰਨੇ ਨੂੰ ਬੈੱਡ ਤੇ ਪਈ ਗੁਰਬਾਣੀ ਰੋਣ ਲੱਗ ਪਈ ਤਾਂ ਜਦ ਕਰਮੇ ਨੇ ਉਸ ਨੂੰ ਚੱਕਿਆ ਤਾਂ ਕੁਝ ਦੇਰ ਬਾਅਦ ਉਸਨੇ ਗਿੱਲਾ ਕਰ ਦਿੱਤਾ। ਇਹ ਦੇਖ ਕੇ ਕਰਮਾ ਕਹਿਣ ਲੱਗਾ, ਬੜੀ ਖਰਾਬ ਹੈ ਤੂੰ ਚਿੜੀਏ ਜਈਏ, ਮੇਰੇ ਚੱਕ ਦੇ ਸਾਰੀ ਮੈਨੂੰ ਭਿਉਂ ਦਿੱਤਾ ਹੈ। ਫਿਰ ਉਸ ਦੀ ਗੱਲ ਸੁਣ ਕੇ ਰੇਸ਼ਮ ਕਹਿਣ ਲੱਗੀ, ਲਿਆਓ ਜੀ ਬਾਣੀ, ਤੁਸੀਂ ਮੈਨੂੰ ਫੜਾ ਦਿਓ, ਮੈਂ ਇਸ ਦੇ ਕੱਪੜੇ ਬਦਲ ਦਿੰਦੀ ਹਾਂ, ਨਾਲੇ ਤੁਸੀਂ ਵੀ ਜਾ ਕੇ ਆਪਣੇ ਕੱਪੜੇ ਬਦਲ ਲਵੋ। ਫਿਰ ਕਰਮਾ ਉੱਠ ਕੇ ਆਪਣੇ ਕੱਪੜੇ ਬਦਲਣ ਚਲਾ ਗਿਆ। ਰੇਸ਼ਮ ਨੇ ਬਾਣੀ ਦੇ ਕੱਪੜੇ ਬਦਲ ਕੇ ਉਸ ਨੂੰ ਦੁੱਧ ਪਿਲਾ ਕੇ ਫਿਰ ਸੁਲਾ ਦਿੱਤਾ। ਫਿਰ ਕੁਝ ਮਹੀਨਿਆਂ ਬਾਅਦ ਜਦ ਜਰਨੈਲ ਘਰ ਛੁੱਟੀ ਆਇਆ ਤਾਂ ਉਹ ਇਸ ਵਾਰੀ ਬਹੁਤ ਸਾਰੇ ਬੱਚਿਆਂ ਦੇ ਖਿਡੌਣੇ ਲੈ ਕੇ ਆਇਆ ਸੀ। ਜਰਨੈਲ ਆਪਣੀ ਬੇਬੇ, ਘਰਵਾਲੀ ਤੇ ਬੱਚਿਆਂ ਨੂੰ ਮਿਲਣ ਤੋਂ ਜਦ ਬਾਣੀ ਨੂੰ ਮਿਲਣ ਆਇਆ ਤਾਂ ਉਸ ਨੂੰ ਆਪਣੀ ਗੋਦੀ 'ਚ ਚੱਕ ਕੇ ਉਸਨੇ ਕਿੰਨਾ ਪਿਆਰ ਦਿੱਤਾ ਤੇ ਫਿਰ ਕਿੰਨਾ ਹੀ ਚਿਰ ਉਸ ਦੇ ਨਾਲ ਖੇਡਦਾ ਰਿਹਾ। ਫਿਰ ਇਹਨੇ ਨੂੰ ਰਾਣੋ ਸਭ ਦੇ ਲਈ ਚਾਹ ਲੈ ਆਈ ਤੇ ਉਹ ਸਾਰੇ ਜਾਣੇ ਬੈਠ ਕੇ ਚਾਹ ਪੀਣ ਲੱਗ ਪਏ। ਬਾਣੀ ਤਾਂ ਅੱਜ ਆਪਣੇ ਆਸੇ-ਪਾਸੇ ਇੰਨੇ ਖਿਡੌਣੇ ਦੇਖ ਕੇ ਪੂਰੀ ਖੁਸ਼ ਹੋਈ ਪਈ ਸੀ। ਉਸ ਦੇ ਕੋਲ ਹੀ ਜ਼ੋਰਾਵਰ ਵੀ ਬੈਠਾ ਖੇਡ ਰਿਹਾ ਸੀ। ਫਿਰ ਕੁਝ ਦਿਨਾਂ ਬਾਅਦ ਜਰਨੈਲ ਕਰਮੇ ਨੂੰ ਆਪਣੇ ਨਾਲ ਲੈ ਕੇ ਉਸਦਾ ਪਾਸਪੋਰਟ ਬਣਾਉਣ ਲਈ ਸ਼ਹਿਰ ਆਇਆ। ਕੁਝ ਦਿਨ ਉਹ ਦੋਵੇਂ ਭੱਜ ਦੌੜ ਕਰਦੇ ਰਹੇ। ਆਖਰ ਨੂੰ 2 ਮਹੀਨਿਆਂ ਪਿੱਛੋਂ ਕਰਮੇ ਦੇ ਹੱਥ ਜਦ ਉਸਦਾ ਪਾਸਪੋਰਟ ਆਇਆ ਤਾਂ ਉਹ ਬਹੁਤ ਖੁਸ਼ ਹੋਇਆ। ਅੱਜ ਘਰ ਵਿੱਚ ਸਾਰੇ ਜਾਣੇ ਬਹੁਤ ਖੁਸ਼ ਸਨ ਕਿਉਂਕਿ ਕਰਮੇ ਦਾ ਪਾਸਪੋਰਟ ਜੋ ਬਣ ਕੇ ਆ ਗਿਆ ਸੀ। ਖੁਸ਼ ਤਾਂ ਰੇਸ਼ਮ ਵੀ ਬਹੁਤ ਸੀ ਕਿ ਕਰਮੇ ਨੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਪਹਿਲਾ ਕਦਮ ਪੱਟ ਲਿਆ ਹੈ, ਪਰ ਨਾਲ ਹੀ ਹੁਣ ਉਸ ਨੂੰ ਕਰਮੇ ਦੀ ਜੁਦਾਈ ਤੋਂ ਵੀ ਡਰ ਲੱਗ ਰਿਹਾ ਸੀ। ਰੇਸ਼ਮ ਨੇ ਚਾਹੇ ਮੂੰਹੋਂ ਬੋਲ ਕੇ ਕਦੇ ਕਰਮੇ ਨੂੰ ਕੁਝ ਨਹੀਂ ਕਿਹਾ ਸੀ, ਪਰ ਉਹ ਰੇਸ਼ਮ ਦੀ ਉਦਾਸੀ ਨੂੰ ਸਮਝ ਗਿਆ ਸੀ। ਉਸ ਰਾਤ ਜਦ ਕਰਮਾ ਆਪਣੇ ਬੈੱਡ ਤੇ ਪਿਆ ਹੋਇਆ ਰੇਸ਼ਮ ਨਾਲ ਗੱਲਾਂ ਬਾਤਾਂ ਕਰ ਰਿਹਾ ਸੀ ਤਾਂ ਰੇਸ਼ਮ ਜ਼ਿਆਦਾ ਜਵਾਬ ਨਾ ਦੇ ਕੇ ਬਸ ਹਾਂ ਹੀ ਕਰ ਰਹੀ ਸੀ। ਇਹ ਦੇਖ ਕੇ ਕਰਮੇ ਨੇ ਫੜ ਕੇ ਉਸਦਾ ਮੂੰਹ ਆਪਣੇ ਵੱਲ ਕੀਤਾ ਤੇ ਕਹਿਣ ਲੱਗਾ, ਰੇਸ਼ਮ ਇੱਧਰ ਮੇਰੇ ਵੱਲ ਦੇਖ। ਜਦ ਰੇਸ਼ਮ ਨੇ ਉਸਦੇ ਵੱਲ ਦੇਖਣ ਲੱਗੀ ਤਾਂ ਉਹ ਕਹਿਣ ਲੱਗਾ, ਮੈਂ ਜਾਣਦਾ ਤੂੰ ਉਦਾਸ ਕਿਉਂ ਹੈ। ਫਿਰ ਜਦ ਰੇਸ਼ਮ ਬਿਨਾਂ ਕੁਝ ਕਹੇ ਰੋਂਦੇ ਹੋਏ ਉਸਦੇ ਗਲ ਨਾਲ ਲੱਗ ਗਈ ਤਾਂ ਕਰਮਾ ਕਹਿਣ ਲੱਗਾ, ਰੇਸ਼ਮ ਮੈਂ ਜਾਣਦਾ ਯਾਰ ਸਾਡਾ ਇੱਕ ਦੂਜੇ ਬਿਨਾਂ ਰਹਿਣਾ ਬੜਾ ਮੁਸ਼ਕਲ ਆ, ਪਰ ਜ਼ਿੰਦਗੀ 'ਚ ਕੁਝ ਬਣਨ ਲਈ ਮੈਨੂੰ ਕਿਤੋਂ ਤਾਂ ਸ਼ੁਰੂਆਤ ਕਰਨੀ ਹੀ ਪੈਣੀ ਆ। ਨਾਲੇ ਮੈਂ ਕਿਹੜਾ ਅੱਜ ਹੀ ਤੁਰਿਆ ਜਾਂਦਾ, ਹਾਲੇ ਤਾਂ ਵੀਰੇ ਨੇ ਆਪਣੇ ਯਾਰ ਦੋਸਤ ਨਾਲ ਮੇਰੇ ਬਾਰੇ ਗੱਲਬਾਤ ਕਰਨੀ ਆ, ਫਿਰ ਉਹ ਮੇਰੇ ਕਾਗਜ਼ ਬਣਵਾ ਕੇ ਭੇਜਣਗੇ ਤਾਂ ਕਿਤੇ ਜਾ ਕੇ ਮੇਰਾ ਕੰਮ ਬਣਨਾ। ਇਸ ਸਭ 'ਚ ਬਹੁਤ ਟਾਈਮ ਲੱਗ ਜਾਣਾ, ਚੱਲ ਹੁਣ ਰੋਣਾ ਬੰਦ ਕਰ, ਕਹਿ ਕੇ ਉਸਦੇ ਹੰਝੂ ਪੂੰਝਣ ਲੱਗ ਪਿਆ। ਰੇਸ਼ਮ, ਕਰਮਦੀਪ ਜੀ ਮੈਂ ਤੁਹਾਡੇ ਬਿਨਾਂ ਕੱਲੀ ਕਿੱਦਾਂ ਰਹਾਂਗੀ। ਕਰਮਾ, ਲੈ ਤੂੰ ਕੱਲੀ ਕਿਉਂ ਆ ਸਾਡੀ ਬਾਣੀ ਆ, ਜ਼ੋਰਾਵਰ ਆ, ਬੇਬੇ, ਭਾਬੀ ਵੀ ਆ, ਇੰਨੇ ਜਾਣੇ ਤਾਂ ਹੈ ਘਰ ਵਿੱਚ। ਪਤਾ ਪਹਿਲਾਂ ਪਹਿਲ ਹੀ ਔਖਾ ਲੱਗਦਾ ਹੁੰਦਾ ਆ, ਫਿਰ ਬੰਦੇ ਨੂੰ ਹੌਲੀ ਹੌਲੀ ਆਦਤ ਪੈ ਜਾਂਦੀ ਹੁੰਦੀ ਆ। ਤੂੰ ਐਵੇਂ ਕੋਈ ਫਿਕਰ ਨਾ ਕਰੀ, ਮੈਂ ਉੱਥੇ ਜਾ ਕੇ ਬਹੁਤ ਮਿਹਨਤ ਕਰਾਂਗਾ ਤਾਂ ਜੋ ਛੇਤੀ ਛੇਤੀ ਤੁਹਾਨੂੰ ਦੋਨਾਂ ਨੂੰ ਵੀ ਆਪਣੇ ਕੋਲ ਬੁਲਾ ਸਕਾਂ। ਨਾਲੇ ਸਾਡਾ ਵਿਛੋੜਾ ਕਿਹੜਾ ਉਮਰਾਂ ਦਾ ਹੋਣਾ ਹੈ, ਬਸ ਕੁਝ ਸਾਲਾਂ ਦੀ ਤਾਂ ਗੱਲ ਹੈ। ਜੋ ਪਲ ਹਾਲੇ ਆਏ ਵੀ ਨਹੀਂ ਹਨ ਉਹਨਾਂ ਬਾਰੇ ਸੋਚ ਕੇ ਪਹਿਲਾਂ ਹੀ ਪਰੇਸ਼ਾਨ ਕਿਉਂ ਹੋਣਾ। ਤੈਨੂੰ ਪਤਾ ਹੈ ਜਦ ਤੂੰ ਉਦਾਸ ਹੁੰਦੀ ਹੈ ਨਾ ਤਾਂ ਤੇਰੇ ਮੱਥੇ ਤੇ ਪਈਆਂ ਤਿਉੜੀਆਂ ਨਾ ਭੋਰਾ ਵੀ ਸੋਹਣੀਆਂ ਨਹੀਂ ਲੱਗਦੀਆਂ ਨੇ। ਰੇਸ਼ਮ, ਆ ਲਓ ਜੀ ਮੈਂ ਹੁਣ ਨਹੀਂ ਉਦਾਸ, ਕਹਿ ਕੇ ਉਹ ਹੱਸਣ ਲੱਗ ਪਈ।
ਕਰਮਾ, ਰੱਬ ਕਰੇ ਬਸ ਤੂੰ ਐਵੇਂ ਹੀ ਉਮਰ ਭਰ ਹੱਸਦੀ ਰਹਿ। ਮੈਂ ਤੇਰੇ ਬੁੱਲਾਂ ਤੋਂ ਇਹ ਹਾਸੇ ਕਿਤੇ ਨਹੀਂ ਜਾਣ ਦੇਵਾਂਗਾ। ਰੇਸ਼ਮ, ਮੈਂ ਜਾਣਦੀ ਹਾਂ ਜੀ ਤੁਸੀਂ ਮੇਰੀ ਖੁਸ਼ੀ ਲਈ ਕੁਝ ਵੀ ਕਰ ਸਕਦੇ ਹੋ। ਹੁਣ ਤੁਸੀਂ ਸੌ ਵੀ ਜਾਓ, ਬਹੁਤ ਰਾਤ ਹੋ ਚੁੱਕੀ ਆ। ਫਿਰ ਉਹ ਦੋਵੇਂ ਗੱਲਾਂ ਬਾਤਾਂ ਕਰਦੇ ਐਵੇਂ ਹੀ ਸੌ ਗਏ। ਐਵੇਂ ਹੀ ਦਿਨ ਮਹੀਨੇ ਬੀਤਣ ਲੱਗੇ। ਹੁਣ ਜਰਨੈਲ ਵੀ ਆਪਣੀ ਛੁੱਟੀ ਕੱਟ ਕੇ ਵਾਪਸ ਚਲਾ ਗਿਆ। ਕਰਮਾ ਸਾਰਾ ਦਿਨ ਆਪਣੇ ਖੇਤ 'ਚ ਕੰਮ ਕਰਦਾ ਰਹਿੰਦਾ ਸੀ। ਹੁਣ ਕਦੇ-ਕਦੇ ਰੇਸ਼ਮ ਵੀ ਗੁਰਬਾਣੀ ਤੇ ਜ਼ੋਰਾਵਰ ਨੂੰ ਆਪਣੀ ਬੇਬੇ ਦੇ ਨਾਲ ਲੈ ਕੇ ਖੇਤ ਗੇੜਾ ਮਾਰਨ ਆ ਜਾਂਦੀ ਹੁੰਦੀ ਸੀ। ਕਰਮੇ ਨੇ ਖੇਤ 'ਚ ਤੂਤ ਤੇ ਬਾਣੀ ਦੇ ਲਈ ਛੋਟੀ ਜਿਹੀ ਪੀਂਘ ਪਾਈ ਹੋਈ ਸੀ, ਜਿਸ ਦੇ ਉੱਤੇ ਉਹ ਬਾਣੀ ਨੂੰ ਬਿਠਾ ਕੇ ਝੂਟੇ ਦਿੰਦਾ ਹੁੰਦਾ ਸੀ। ਬਾਣੀ ਵੀ ਜਦ ਖੇਤ ਆਉਂਦੀ ਸੀ ਤਾਂ ਆਪਣੀ ਪੀਂਘ ਨੂੰ ਦੇਖ ਕੇ ਝੂਟੇ ਲੈਣ ਲਈ ਬਾਰ-ਬਾਰ ਉਧਰ ਨੂੰ ਬਾਂਹ ਕਰਕੇ ਇਸ਼ਾਰਾ ਕਰਦੀ ਰਹਿੰਦੀ ਸੀ। ਅੱਜ ਬਾਣੀ ਆਪਣੀ ਦਾਦੀ ਦੇ ਨਾਲ ਖੇਤ ਆਪਣੇ ਬਾਪੂ ਦੀ ਰੋਟੀ ਲੈ ਕੇ ਆਈ ਸੀ। ਜਦ ਕਰਮਾ ਰੋਟੀ ਖਾਣ ਆਇਆ ਤਾਂ ਬਾਣੀ ਨੂੰ ਪਹਿਲਾਂ ਹੀ ਉਸਦੀ ਦਾਦੀ ਪੀਂਘ ਤੇ ਬਿਠਾ ਕੇ ਝੂਟੇ ਦੇ ਰਹੀ ਸੀ। ਪੀਂਘ ਨੂੰ ਜਦ ਹੁਲਾਰਾ ਆਉਂਦਾ ਸੀ ਤਾਂ ਬਾਣੀ ਖੁਸ਼ ਹੋ ਜਾਂਦੀ ਸੀ। ਕਰਮਾ ਆ ਕੇ ਬਾਣੀ ਨੂੰ ਮਿਲ ਕੇ ਬੈਠ ਕੇ ਆਪਣੀ ਰੋਟੀ ਖਾਣ ਲੱਗਾ ਤੇ ਉਸਦੀ ਦਾਦੀ ਬਾਣੀ ਨੂੰ ਫੜ ਕੇ ਪੀਂਘ ਤੇ ਝੂਟੇ ਦੇ ਰਹੀ ਸੀ। ਉਧਰ ਜਰਨੈਲ ਨੇ ਆਪਣੇ ਬਾਹਰ ਰਹਿੰਦੇ ਦੋਸਤ ਨਾਲ ਕਰਮੇ ਦੇ ਬਾਰੇ ਸਾਰੀ ਗੱਲਬਾਤ ਵੀ ਕਰ ਲਈ ਸੀ। ਜੋ ਕਾਗਜ਼ ਪੱਤਰ ਉਸ ਨੂੰ ਚਾਹੀਦੇ ਹੁੰਦੇ ਸੀ ਉਹ ਘਰ ਫੋਨ ਕਰਕੇ ਕਰਮੇ ਨੂੰ ਉਸ ਨੂੰ ਚਿੱਠੀ ਰਾਹੀਂ ਭੇਜਣ ਲਈ ਕਹਿ ਦਿੰਦਾ ਹੁੰਦਾ ਸੀ। ਐਵੇਂ ਹੀ ਕਰਦੇ ਕਰਾਉਂਦੇ 8-9 ਮਹੀਨੇ ਬੀਤ ਗਏ। ਹੁਣ ਤੱਕ ਸਾਰਾ ਕੰਮ ਵੀ ਲਗਭਗ ਹੋ ਚੁੱਕਾ ਸੀ। ਹੁਣ ਤਾਂ ਬਸ ਕਰਮੇ ਦਾ ਵੀਜ਼ਾ ਆਉਣਾ ਬਾਕੀ ਸੀ। ਫਿਰ ਕਰਮਾ ਇੱਕ ਦਿਨ ਰੇਸ਼ਮ ਨੂੰ ਨਾਲ ਲੈ ਕੇ ਆਪਣੇ ਭਰਾ ਜਗਤਾਰ ਦੇ ਘਰ ਵੀ ਜਾ ਕੇ ਆਇਆ। ਜਦ ਉਹ ਦੋਵੇਂ ਆਪਣੇ ਘਰ ਆਏ ਤਾਂ ਉਹਨਾਂ ਤਿੰਨਾਂ ਨੂੰ ਦੇਖ ਕੇ ਜਗਤਾਰ ਤੇ ਨਸੀਬੋ ਨੂੰ ਤਾਂ ਚਾਹ ਹੀ ਚੜ ਗਿਆ ਸੀ। ਦੋਵੇਂ ਜੀਆਂ ਨੇ ਬਹੁਤ ਪਿਆਰ ਨਾਲ ਉਹਨਾਂ ਦਾ ਸਵਾਗਤ ਕੀਤਾ। ਵਿਹੜੇ 'ਚ ਮੰਜੇ ਤੇ ਨਵਾਂ ਬਿਸਤਰਾ ਵਿਛਾ ਕੇ ਉਸਦੇ ਉੱਤੇ ਬਿਠਾਇਆ। ਨਸੀਬੋ ਫਿਰ ਚਾਹ ਬਣਾਉਣ ਲਈ ਅੰਦਰ ਰਸੋਈ 'ਚ ਗਈ ਹੋਈ ਸੀ ਤੇ ਜਗਤਾਰ ਬਾਣੀ ਨੂੰ ਆਪਣੀ ਗੋਦੀ 'ਚ ਚੱਕੀ ਬੈਠਾ ਉਸਦੇ ਨਾਲ ਖੇਡ ਰਿਹਾ ਸੀ। ਰੇਸ਼ਮ ਵੀ ਕੁਝ ਦੇਰ ਬਾਅਦ ਉੱਠ ਕੇ ਅੰਦਰ ਰਸੋਈ 'ਚ ਚਲੀ ਗਈ। ਜਦ ਉਹ ਅੰਦਰ ਆਈ ਤਾਂ ਨਸੀਬੋ ਉਸ ਨੂੰ ਦੇਖ ਕੇ ਕਹਿਣ ਲੱਗੀ, ਧੀਏ ਤੂੰ ਕਿਉਂ ਅੰਦਰ ਆ ਗਈ? ਉੱਥੇ ਹੀ ਬੈਠੀ ਰਹਿਣਾ ਸੀ। ਵੈਸੇ ਵੀ ਇਹ ਜਗ੍ਹਾ ਤੇਰੇ ਲਾਇਕ ਨਹੀਂ ਹੈ। ਮੈਂ ਚਾਹ ਬਣਾ ਕੇ ਲੈ ਕੇ ਆਉਣ ਹੀ ਲੱਗੀ ਸੀ। ਫਿਰ ਇਹ ਗੱਲ ਸੁਣ ਕੇ ਰੇਸ਼ਮ ਕਹਿਣ ਲੱਗੀ, ਲੈ ਭਾਬੀ ਚੰਗਾ ਭਲਾ ਤਾਂ ਤੁਹਾਡਾ ਘਰ ਹੈ, ਰਸੋਈ ਵੀ ਠੀਕ ਠਾਕ ਹੈ, ਬਸ ਥੋੜੀ ਬਹੁਤੀ ਜੇ ਇਸ ਦੀ ਮੁਰੰਮਤ ਹੋ ਜਾਵੇ ਨਾ ਤਾਂ ਇਹ ਹੋਰ ਵੀ ਜ਼ਿਆਦਾ ਸੋਹਣਾ ਲੱਗੇਗਾ। ਭਾਬੀ ਧੀਏ ਹੁਣ ਕੀ ਕਰਨਾ ਘਰ ਦੀ ਮੁਰੰਮਤ ਕਰਵਾ ਕੇ? ਜਿਨ੍ਹਾਂ ਦੇ ਲਈ ਇਹ ਸਭ ਕੁਝ ਅਸੀਂ ਇੰਨੇ ਚਾਅ ਨਾਲ ਬਣਾਇਆ ਸੀ, ਜਦ ਉਹ ਹੀ ਇਸ ਨੂੰ ਉਜਾੜਨ ਤੇ ਲੱਗੇ ਹੋਏ ਆ ਤਾਂ ਦੱਸ ਫਿਰ ਭਲਾ ਅਸੀਂ ਕੀ ਕਰਨੇ ਇਹ ਘਰ-ਬਾਰ? ਰੇਸ਼ਮ ਭਾਬੀ ਤੁਸੀਂ ਦਿਲ ਹੌਲਾ ਨਾ ਕਰੋ, ਇਹ ਟਾਈਮ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਹੁੰਦਾ। ਜੇ ਅੱਜ ਸਾਡਾ ਖਰਾਬ ਸਮਾਂ ਚੱਲ ਰਿਹਾ ਹੈ ਨਾ ਤਾਂ ਇਸ ਦਾ ਮਤਲਬ ਇਹ ਥੋੜਾ ਕਿ ਇਹ ਹਮੇਸ਼ਾ ਹੀ ਖਰਾਬ ਰਹੇਗਾ। ਤੁਸੀਂ ਦੇਖਣਾ ਕੱਲ ਨੂੰ ਚੰਗਾ ਵੇਲਾ ਵੀ ਜ਼ਰੂਰ ਆਵੇਗਾ। ਬਸ ਉਸ ਲਈ ਸਾਨੂੰ ਥੋੜਾ ਜਿਹਾ ਸਬਰ ਰੱਖਣਾ ਪੈਣਾ। ਤੁਸੀਂ ਹੁਣ ਚੱਲ ਕੇ ਬਾਹਰ ਬੈਠੋ, ਚਾਹ ਮੈਂ ਲੈ ਕੇ ਆਉਂਦੀ ਹਾਂ। ਫਿਰ ਨਸੀਬੋ ਦੇ ਜਾਣ ਮਗਰੋਂ ਰੇਸ਼ਮ ਨੇ ਗਲਾਸਾਂ 'ਚ ਚਾਹ ਪਾਈ ਤੇ ਟਰੇ 'ਚ ਰੱਖ ਕੇ ਬਾਹਰ ਲੈ ਆਈ। ਫਿਰ ਸਾਰਿਆਂ ਨੂੰ ਚਾਹ ਫੜਾਉਣ ਤੋਂ ਬਾਅਦ ਉਹ ਵੀ ਉਹਨਾਂ ਦੇ ਨਾਲ ਬੈਠ ਕੇ ਚਾਹ ਪੀਣ ਲੱਗ ਪਈ। ਫਿਰ ਗੱਲਾਂ ਬਾਤਾਂ ਕਰਦਿਆਂ ਨੂੰ ਰੋਟੀ ਦਾ ਟਾਈਮ ਵੀ ਹੋ ਗਿਆ ਤਾਂ ਨਸੀਬੋ ਭਾਬੀ ਨੇ ਉਹਨਾਂ ਲਈ ਰੋਟੀ ਬਣਾਈ। ਸ਼ਾਮ ਨੂੰ ਘਰ ਵਾਪਸੀ ਵੇਲੇ ਨਸੀਬੋ ਨੇ ਰੇਸ਼ਮ ਨੂੰ ਇੱਕ ਸੂਟ ਦੇ ਨਾਲ ਕੁਝ ਪੈਸੇ ਦਿੱਤੇ ਤੇ ਗੁਰਬਾਣੀ ਨੂੰ ਵੀ ਕੁਝ ਪੈਸੇ ਦੇ ਆਪਣਾ ਪਿਆਰ ਦਿੱਤਾ। ਫਿਰ ਕਰਮੇ ਹੁਣੇ ਆਪਣੇ ਭਰਾ ਭਰਜਾਈ ਨੂੰ ਮਿਲ ਕੇ ਵਾਪਸ ਆਪਣੇ ਘਰ ਵੱਲ ਨੂੰ ਚੱਲ ਪਏ। ਇਸ ਵਾਰੀ ਜਰਨੈਲ ਵੀ ਪਿੰਡ ਛੁੱਟੀ ਕੱਟਣ ਲੇਟ ਆਇਆ ਸੀ, ਜਿਸ ਕਾਰਨ ਸੀ ਕਰਮੇ ਦਾ ਬਾਹਰ ਜਾਣ ਦਾ ਜੋ ਉਹ ਕੰਮ ਬਣਾ ਰਿਹਾ ਸੀ ਅੱਜ ਉਹ ਪੂਰਾ ਹੋ ਗਿਆ ਸੀ। ਹੁਣ ਕੁਝ ਹਫ਼ਤਿਆਂ ਬਾਅਦ ਕਰਮੇ ਨੇ ਵੀ ਡਰਾਈਵਰੀ 'ਚ ਅਮਰੀਕਾ ਚਲਾ ਜਾਣਾ ਸੀ। ਜਦ ਉਸ ਨੇ ਘਰ ਵਿੱਚ ਇਹ ਖਬਰ ਸਾਰਿਆਂ ਨੂੰ ਸੁਣਾਈ ਤਾਂ ਸਭ ਬਹੁਤ ਖੁਸ਼ ਹੋਏ। ਕੁਝ ਦਿਨਾਂ ਬਾਅਦ ਕਰਮੇ ਨੇ ਆਪਣੀ ਬਾਹਰ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਫਿਰ ਇੱਕ ਦਿਨ ਰੇਸ਼ਮ ਨਾਲ ਸ਼ਹਿਰ ਜਾ ਕੇ ਜੋ ਜ਼ਰੂਰੀ ਸਮਾਨ ਚਾਹੀਦਾ ਸੀ ਉਹ ਸਾਰਾ ਲੈ ਆਇਆ। ਜਿਵੇਂ ਕਰਮੇ ਦੇ ਜਾਣ ਦੀ ਤਰੀਕ ਨੇੜੇ ਆ ਰਹੀ ਸੀ ਉਵੇਂ ਰੇਸ਼ਮ ਨੂੰ ਉਸ ਦੇ ਦੂਰ ਜਾਣ ਦਾ ਡਰ ਸਤਾਉਣ ਲੱਗ ਪਿਆ ਸੀ। ਪਰ ਉਹ ਵੀ ਗੱਲ ਜਾਣਦੀ ਸੀ ਕਿ ਕਰਮਾ ਜੋ ਵੀ ਕਰ ਰਿਹਾ ਸਾਡੇ ਭਲੇ ਵਾਸਤੇ ਹੀ ਕਰ ਰਿਹਾ। ਜਦ ਕਰਮੇ ਦੀ ਸਾਰੀ ਜਾਣ ਦੀ ਤਿਆਰੀ ਹੋ ਗਈ ਤਾਂ ਕੁਝ ਦਿਨਾਂ
ਬਾਅਦ ਰੇਸ਼ਮ ਦੇ ਬੇਬੇ ਬਾਪੂ ਉਸ ਨੂੰ ਮਿਲਣ ਲਈ ਆਏ। ਕਰਮੇ ਦਾ ਨਾਨਾ ਵੀ ਉਸ ਨੂੰ ਮਿਲਣ ਆਇਆ। ਫਿਰ ਸ਼ਾਮ ਨੂੰ ਕਰਮਾ ਆਪਣੇ ਯਾਰ ਗੁਰਬਾਜ ਦੇ ਘਰ ਆਪ ਉਸ ਨੂੰ ਮਿਲਣ ਗਿਆ, ਕਿਉਂਕਿ ਉਸ ਦੇ ਬਾਪੂ ਦੇ ਸੱਟ ਲੱਗ ਗਈ ਸੀ, ਜਿਸ ਕਰਕੇ ਹੁਣ ਗੁਰਬਾਜ ਉਹਨਾਂ ਦੇ ਕੋਲ ਹੀ ਰਹਿੰਦਾ ਹੁੰਦਾ ਸੀ। ਫਿਰ ਅਗਲੇ ਦਿਨ ਸਵੇਰੇ ਕਰਮਾ ਜਾਣ ਤੋਂ ਪਹਿਲਾਂ ਸਾਰੇ ਘਰਦਿਆਂ ਨੂੰ ਮਿਲਿਆ, ਆਪਣੀ ਵੱਡੇ ਬੇਬੇ, ਭਾਬੀ ਜੋਰਾਵਰ ਤੇ ਰੇਸ਼ਮ ਨੂੰ ਵੀ। ਰੇਸ਼ਮ ਅੱਜ ਬਹੁਤ ਉਦਾਸ ਸੀ, ਚਾਹੇ ਉਹ ਉੱਪਰੋਂ ਸਭ ਨੂੰ ਹੱਸ ਕੇ ਦਿਖਾ ਰਹੀ ਸੀ, ਪਰ ਅੰਦਰੋਂ ਉਹ ਵੀ ਪੂਰੀ ਉਦਾਸ ਸੀ। ਕਰਮੇ ਨੇ ਜਾਂਦੀ ਵਾਰੀ ਦਾ ਰੇਸ਼ਮ ਤੇ ਆਪਣੀ ਧੀ ਨੂੰ ਗਲ ਨਾਲ ਲਗਾ ਕੇ ਪਿਆਰ ਦਿੱਤਾ। ਫਿਰ ਸਭ ਤੋਂ ਵਿਦਾ ਲੈ ਕੇ ਸਮਾਨ ਉਹਨਾਂ ਜੀਪ 'ਚ ਰੱਖਿਆ ਤੇ ਲੁਧਿਆਣੇ ਸ਼ਹਿਰ ਵੱਲ ਨੂੰ ਚੱਲ ਪਏ, ਕਿਉਂਕਿ ਉੱਥੋਂ ਹੀ ਉਹਨਾਂ ਨੇ ਗੱਡੀ ਫੜ ਕੇ ਦਿੱਲੀ ਪਹੁੰਚਣਾ ਸੀ। ਫਿਰ ਉੱਥੋਂ ਕਰਮੇ ਨੂੰ ਜਹਾਜ਼ ਬਿਠਾ ਕੇ ਜਰਨੈਲ ਨੇ ਘਰ ਵਾਪਸ ਆਉਣਾ ਸੀ। 2-3 ਘੰਟਿਆਂ ਦਾ ਉਹ ਸਫ਼ਰ ਤੈਅ ਕਰਦੇ ਹੋਏ ਲੁਧਿਆਣੇ ਰੇਲਵੇ ਸਟੇਸ਼ਨ ਪਹੁੰਚੇ ਤੇ ਫਿਰ ਸਟੇਸ਼ਨ ਤੋਂ 2 ਦਿੱਲੀ ਦੀਆਂ ਟਿਕਟਾਂ ਲੈ ਕੇ ਜਰਨੈਲ ਹੁਣੇ ਦੋਵੇਂ ਜਦ ਟ੍ਰੇਨ ਆਈ ਤਾਂ ਉਸ ਦੇ ਵਿੱਚ ਸਵਾਰ ਹੋ ਗਏ। ਕੁਝ ਦੇਰ ਬਾਅਦ ਟ੍ਰੇਨ ਵੀ ਚੱਲ ਪਈ। ਫਿਰ ਟਿਕਟ ਚੈੱਕਰ ਆਇਆ ਤੇ ਉਹ ਟਿਕਟਾਂ ਚੈੱਕ ਕਰਦਾ ਹੋਇਆ ਅੱਗੇ ਲੰਘ ਗਿਆ। ਟ੍ਰੇਨ ਲਗਾਤਾਰ ਆਪਣੀ ਮੰਜ਼ਿਲ ਵੱਲ ਵੱਧਦੀ ਰਹੀ। ਕੁਝ ਘੰਟਿਆਂ ਦੇ ਸਫ਼ਰ ਤੋਂ ਬਾਅਦ ਕਰਮੇ ਹੁਣਾਂ ਨੂੰ ਜਦ ਭੁੱਖ ਲੱਗੀ ਤਾਂ ਉਸਨੇ ਡੱਬੇ 'ਚੋਂ ਬੇਬੇ ਦੇ ਬਣਾਏ ਪਰੌਂਠੇ ਕੱਢੇ ਤੇ ਦੋਵੇਂ ਜਾਣੇ ਖਾਣ ਲੱਗ ਪਏ। ਫਿਰ ਘੰਟਿਆਂ ਦਾ ਸਫ਼ਰ ਤੈਅ ਕਰਦੀ ਹੋਈ ਗੱਡੀ ਆਖਰਕਾਰ ਆਪਣੇ ਮੰਜ਼ਿਲ ਤੇ ਪਹੁੰਚ ਹੀ ਗਈ। ਜਰਨੈਲ ਤੇ ਕਰਮੇ ਨੇ ਆਪਣਾ ਸਮਾਨ ਚੱਕਿਆ ਤਾਂ ਉਹ ਦੋਵੇਂ ਗੱਡੀ 'ਚੋਂ ਬਾਹਰ ਆ ਗਏ। ਫਿਰ ਸਟੇਸ਼ਨ ਤੋਂ ਬਾਹਰ ਆ ਕੇ ਉਹਨਾਂ ਨੇ ਟੈਕਸੀ ਲਈ ਦੋਵੇਂ ਏਅਰਪੋਰਟ ਵੱਲ ਨੂੰ ਚੱਲ ਪਏ। ਅੱਧੇ ਕੁ ਘੰਟੇ ਬਾਅਦ ਉਹ ਦੋਵੇਂ ਦਿੱਲੀ ਏਅਰਪੋਰਟ ਪਹੁੰਚ ਗਏ। ਗੱਡੀ ਵਾਲੇ ਨੂੰ ਪੈਸੇ ਦੇ ਕੇ ਉਹਨਾਂ ਨੇ ਆਪਣਾ ਸਮਾਨ ਉਤਾਰਿਆ, ਫਿਰ ਟਰਾਲੀ ਤੇ ਰੱਖ ਕੇ ਅੰਦਰ ਲੈ ਕੇ ਚਲੇ ਗਏ। ਪਿੰਡੋਂ ਬਾਹਰ ਇੰਨੀ ਦੂਰ ਪਹਿਲੀ ਵਾਰੀ ਕਰਮਾ ਆਇਆ ਹੋਣ ਕਰਕੇ ਉਹ ਆਪਣੇ ਆਸੇ-ਪਾਸੇ ਦੀ ਚਕਾਚੌਂਧ ਭਰੀ ਦੁਨੀਆ ਨੂੰ ਹੈਰਾਨੀ ਨਾਲ ਦੇਖ ਰਿਹਾ ਸੀ। ਉਸ ਤੋਂ ਬਾਅਦ ਉਹਨਾਂ ਨੇ ਆਪਣਾ ਸਮਾਨ ਜਮ੍ਹਾਂ ਕਰਵਾ ਕੇ ਕਰਮੇ ਦੀ ਐਮੀਗ੍ਰੇਸ਼ਨ ਕਰਵਾਈ। ਫਿਰ ਜਰਨੈਲ ਕਰਮੇ ਨੂੰ ਬੋਰਡਿੰਗ ਗੇਟ ਤੱਕ ਛੱਡਣ ਆਇਆ ਤੇ ਕਹਿਣ ਲੱਗਾ, ਲੈ ਬਾਈ ਕਰਮਿਆ, ਆਪਣਾ ਸਾਥ ਇੱਥੇ ਤੱਕ ਹੀ ਸੀ, ਹੁਣ ਇਸ ਤੋਂ ਅੱਗੇ ਦਾ ਸਫ਼ਰ ਤੈਨੂੰ ਇਕੱਲਿਆਂ ਹੀ ਤੈਅ ਕਰਨਾ ਪੈਣਾ। ਮੇਰੀ ਇੱਕ ਗੱਲ ਤੂੰ ਪੱਲੇ ਨਾਲ ਬੰਨ੍ਹ ਲਾ, ਜਿਸ ਮੁਲਕ ਤੂੰ ਚੱਲਿਆ ਨਾ, ਲੋਕ ਉਸ ਨੂੰ ਪਰਦੇਸ ਕਹਿੰਦੇ ਆ। ਸਾਡੇ ਹੋਰ ਵੀ ਬਹੁਤ ਸਾਰੇ ਵੀਰ ਮਿੱਤਰ ਬਾਹਰਲੇ ਮੁਲਕ ਜਾਂਦੇ ਆ ਆਪਣੀ ਜ਼ਿੰਦਗੀ ਬਣਾਉਣ ਲਈ। ਬਾਕੀਆਂ ਵਾਂਗ ਤੂੰ ਵੀ ਇੱਕ ਨਵੀਂ ਜ਼ਿੰਦਗੀ ਦੀ ਆਸ ਲੈ ਕੇ ਬਗਾਨੇ ਮੁਲਕ ਜਾ ਰਿਹਾ। ਉੱਥੇ ਦੀ ਜ਼ਿੰਦਗੀ ਤੇ ਚਮਕ ਦਮਕ ਭਰੀ ਦੁਨੀਆ ਦੇਖ ਕੇ ਦੇਖੀ, ਕਿਤੇ ਬਾਹਰ ਦੀ ਦੁਨੀਆ ਵਿੱਚ ਹੀ ਨਾ ਖੋ ਜਾਈ। ਜਦ ਕਦੇ ਮਨ ਭਟਕਣ ਲੱਗੇ ਨਾ ਤਾਂ ਗੁਰਬਾਣੀ ਪੜ੍ਹ ਲਿਆ ਕਰੀ। ਇਹ ਜੋ ਜ਼ਿੰਦਗੀ ਹੈ ਨਾ, ਇਸ ਵਿੱਚ ਉਤਾਰ ਚੜਾਵ ਆਉਣੇ ਲਾਜ਼ਮੀ ਨੇ। ਸਭ ਦੇ ਨਾਲ ਮਿਲ ਜੁਲ ਕੇ ਰਹਿਣਾ, ਕਦੇ ਕਿਸੇ ਨੂੰ ਕੰਮ ਤੋਂ ਜਵਾਬ ਨਹੀਂ ਦੇਣਾ। ਮੇਰੇ ਯਾਰ ਹਰਪਾਲ ਨੂੰ ਹਰ ਕੰਮ ਕਰਕੇ ਦਿਖਾਉਣਾ। ਉਸਨੇ ਸਿਰਫ ਮੇਰੇ ਕਹਿਣ ਤੇ ਹੀ ਤੈਨੂੰ ਬਿਨਾਂ ਕੋਈ ਦੂਜੀ ਗੱਲ ਕੀਤੇ ਬਗੈਰ ਆਪਣੀ ਕੰਪਨੀ 'ਚ ਟਰੱਕ ਡਰਾਈਵਰ ਦੀ ਨੌਕਰੀ ਦਿੱਤੀ ਆ। ਤੂੰ ਜੋ ਵੀ ਕਰੀ ਬਸ ਹਮੇਸ਼ਾ ਦਿਲ ਤੋਂ ਕਰੀ, ਦੱਬ ਕੇ ਮਿਹਨਤ ਕਰਨੀ ਆ। ਥੋੜੇ ਬਹੁਤੇ ਪੈਸੇ ਆਪਣੇ ਲਈ ਖਰਚੇ ਪਾਣੀ ਜੋਗੇ ਰੱਖ ਕੇ ਥੋੜੇ ਬਹੁਤ ਰੇਸ਼ਮ ਨੂੰ ਵੀ ਪਾਉਂਦਾ ਰਹੀਂ ਤੇ ਨਾਲ ਹੀ ਜ਼ਿੰਦਗੀ 'ਚ ਅੱਗੇ ਵਧਣ ਬਾਰੇ ਵੀ ਸੋਚਦਾ ਰਹੀਂ। ਸਭ ਤੋਂ ਜ਼ਰੂਰੀ ਗੱਲ, ਧਨ ਦੌਲਤ ਨੂੰ ਕਦੇ ਆਪਣੇ ਮਨ ਤੇ ਹਾਵੀ ਨਹੀਂ ਹੋਣ ਦੇਣਾ। ਇਹ ਪੈਸਾ ਜਿੰਨਾ ਚਿਰ ਜੇਬ 'ਚ ਪਿਆ ਰਹੇ ਨਾ, ਚੰਗਾ ਰਹਿੰਦਾ ਏ। ਜਦ ਇਹ ਦਿਮਾਗ ਨੂੰ ਚੜ ਜਾਂਦਾ ਹੈ ਨਾ ਤਾਂ ਬੰਦੇ ਨੂੰ ਬੰਦਾ ਨਜ਼ਰ ਨਹੀਂ ਆਉਂਦਾ। ਚੱਲ ਜਾ, ਹੁਣ ਤੇਰੀ ਫਲਾਈਟ ਦਾ ਟਾਈਮ ਵੀ ਹੋ ਰਿਹਾ। ਜੇ ਕੁਝ ਵੀ ਨਾ ਪਤਾ ਲੱਗੇ ਨਾ ਤਾਂ ਜਹਾਜ਼ ਆਪਣੇ ਨਾਲ ਦੇ ਜਾਂ ਫਿਰ ਜਹਾਜ਼ 'ਚ ਕੰਮ ਕਰਨ ਵਾਲੀਆਂ ਕੁੜੀਆਂ ਤੋਂ ਪੁੱਛ ਲਵੀਂ। ਫਿਰ ਉਸਨੇ ਕਰਮੇ ਨੂੰ ਆਪਣੇ ਗਲ ਨਾਲ ਲਾ ਲਿਆ ਤੇ ਕਹਿਣ ਲੱਗਾ, ਚੰਗਾ ਛੋਟੇ ਵੀਰ, ਆਪਣਾ ਖਿਆਲ ਰੱਖੀ, ਘਰੇ ਕਿਸੇ ਦੀ ਫਿਕਰ ਨਾ ਕਰੀ, ਅਸੀਂ ਸਭ ਕੁਝ ਸਾਂਭ ਲਵਾਂਗੇ, ਧਿਆਨ ਨਾਲ ਜਾਈ। ਵਾਹਿਗੁਰੂ ਸੱਚੇ ਪਾਤਸ਼ਾਹ ਤੈਨੂੰ ਤਰੱਕੀਆਂ ਬਖਸ਼ਣ। ਫਿਰ ਉਸਨੇ ਕਰਮੇ ਨੂੰ ਆਪਣੇ ਗਲੋਂ ਲਾਇਆ ਤੇ ਕਰਮਾ ਆਪਣੀਆਂ ਅੱਖਾਂ 'ਚ ਹੰਝੂ ਲੈ ਕੇ ਆਪਣਾ ਸਮਾਨ ਲੈ ਕੇ ਜ਼ਿੰਦਗੀ ਦੇ ਇੱਕ ਹੋਰ ਸਫ਼ਰ ਵੱਲ ਨੂੰ ਤੁਰ ਪਿਆ। ਜਰਨੈਲ ਬਾਹਰ ਦਰਵਾਜ਼ੇ ਤੇ ਖੜਾ ਕਰਮੇ ਨੂੰ ਜਾਂਦੇ ਨੂੰ ਹੱਥ ਹਿਲਾ ਕੇ ਬਾਏ ਕਰਦਾ ਰਿਹਾ। ਕਰਮਾ ਵੀ ਆਪਣਾ ਸਮਾਨ ਲੈ ਕੇ ਜਹਾਜ਼ ਦੇ ਅੰਦਰ ਨੂੰ ਚਲਾ ਗਿਆ। ਕਰਮੇ ਨੇ ਜਹਾਜ਼ 'ਚ ਆ ਕੇ ਆਪਣੀ ਸੀਟ ਲੱਭੀ ਤੇ ਉਸ ਦੇ ਉੱਤੇ ਬੈਠ ਗਿਆ। ਫਿਰ ਆਪਣੇ ਆਸੇ-ਪਾਸੇ ਸਭ ਨੂੰ
ਛੋਟੇ-ਮੋਟੇ ਬੈਗ ਉੱਪਰ ਰੱਖਦੇ ਹੋਏ ਦੇਖ ਕੇ ਉਹ ਵੀ ਉੱਠਿਆ ਤੇ ਆਪਣਾ ਪਿੱਠੂ ਬੈਗ ਉਸਨੇ ਅੰਦਰ ਰੱਖ ਕੇ ਦਰਵਾਜ਼ਾ ਬੰਦ ਕਰ ਦਿੱਤਾ। ਜਦ ਸਾਰੇ ਯਾਤਰੀ ਆ ਗਏ ਤਾਂ ਜਹਾਜ਼ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਤੇ ਫਿਰ ਸਾਰੇ ਯਾਤਰੀਆਂ ਨੂੰ ਕੁਝ ਸੁਰੱਖਿਆ ਨਿਰਦੇਸ਼ ਦਿੱਤੇ ਗਏ। ਉਸ ਤੋਂ ਬਾਅਦ ਜਹਾਜ਼ ਹੌਲੀ-ਹੌਲੀ ਰਨਵੇ ਤੇ ਰੁੜਨ ਲੱਗਾ। ਦੇਖਦੇ-ਦੇਖਦੇ ਜਹਾਜ਼ ਦੀ ਰਫ਼ਤਾਰ ਤੇਜ਼ ਹੋਣ ਲੱਗੀ। ਕਰਮਾ ਬੈਠਾ ਖਿੜਕੀ ਤੋਂ ਬਾਹਰ ਦੇਖ ਰਿਹਾ ਸੀ ਤੇ ਕੁਝ ਹੀ ਦੇਰ ਬਾਅਦ ਜਹਾਜ਼ ਆਸਮਾਨ 'ਚ ਉੱਡਣ ਲੱਗਾ। ਕਰਮਾ ਆਪਣੀ ਸੀਟ ਤੇ ਬੈਠਾ ਜ਼ਮੀਨ ਤੇ ਬਣੇ ਘਰ ਹੌਲੀ-ਹੌਲੀ ਉਸ ਤੋਂ ਦੂਰ ਹੁੰਦੇ ਹੋਏ ਦੇਖ ਰਿਹਾ ਸੀ। ਜਦ ਜਹਾਜ਼ ਹਵਾ 'ਚ ਉਚਾਈ ਤੇ ਜਾ ਕੇ ਸਿੱਧਾ ਹੋ ਗਿਆ ਤਾਂ ਫਿਰ ਜਹਾਜ਼ ਦੇ ਕਰਮਚਾਰੀਆਂ ਨੇ ਸਭ ਨੂੰ ਖਾਣ ਪੀਣ ਦਾ ਸਮਾਨ ਵੰਡਣਾ ਸ਼ੁਰੂ ਕਰ ਦਿੱਤਾ। ਪਰ ਕਰਮੇ ਨੂੰ ਜਹਾਜ਼ ਦਾ ਖਾਣ ਪੀਣ ਦਾ ਸਮਾਨ ਇੰਨਾ ਚੰਗਾ ਨਾ ਲੱਗਾ ਤਾਂ ਉਸਨੇ ਆਪਣੇ ਬੈਗ 'ਚੋਂ ਰੋਟੀ ਕੱਢੀ ਤੇ ਖਾਣ ਲੱਗ ਪਿਆ। ਖਾਣ ਪੀਣ ਤੋਂ ਬਾਅਦ ਆਸੇ-ਪਾਸੇ ਦੇ ਸਾਰੇ ਯਾਤਰੀ ਤਾਂ ਲਾਈਟਾਂ ਬੰਦ ਕਰਕੇ ਸੌ ਗਏ। ਕੁਝ ਦੇਰ ਬਾਅਦ ਕਰਮਾ ਵੀ ਫਿਰ ਆਪਣੇ ਉੱਪਰ ਕੰਬਲ ਲੈ ਕੇ ਅੱਖਾਂ ਬੰਦ ਕਰਕੇ ਪੈ ਗਿਆ। ਜਹਾਜ਼ ਆਪਣਾ ਸਫ਼ਰ ਤੈਅ ਕਰਦਾ ਹੋਇਆ ਆਪਣੀ ਮੰਜ਼ਿਲ ਵੱਲ ਵੱਧਦਾ ਰਿਹਾ। ਫਿਰ ਕਰਮੇ ਦੀ ਜਦ ਅੱਖ ਖੁੱਲੀ ਤਾਂ ਦੇਖਿਆ ਜਹਾਜ਼ ਤਾਂ ਹਾਲੇ ਵੀ ਉੱਡ ਰਿਹਾ ਸੀ। ਆਸੇ-ਪਾਸੇ ਬੈਠੇ ਕੁਝ ਲੋਕਾਂ ਤਾਂ ਖਾ ਪੀ ਰਹੇ ਸਨ ਤੇ ਕੁਝ ਹਾਲੇ ਵੀ ਸੁੱਤੇ ਪਏ ਸਨ। ਕਰਮਾ ਖਿੜਕੀ ਤੋਂ ਬਾਹਰ ਬੱਦਲਾਂ ਨੂੰ ਦੇਖਣ ਲੱਗ ਪਿਆ। ਫਿਰ ਆਖਰਕਾਰ ਆਪਣਾ ਲੰਬਾ ਸਫ਼ਰ ਤੈਅ ਕਰਦਾ ਹੋਇਆ ਜਹਾਜ਼ ਜਾ ਕੇ ਜਦ ਅਮਰੀਕਾ ਏਅਰਪੋਰਟ ਤੇ ਲੈਂਡ ਹੋਇਆ ਤਾਂ ਜਹਾਜ਼ ਦੇ ਸਾਈਡ ਤੇ ਆ ਕੇ ਲੱਗਣ ਮਗਰੋਂ ਸਵਾਰੀਆਂ ਆਪਣਾ ਸਮਾਨ ਲੈ ਕੇ ਬਾਹਰ ਨੂੰ ਜਾਣ ਲੱਗੀਆਂ। ਫਿਰ ਕਰਮੇ ਨੇ ਵੀ ਆਪਣਾ ਸਮਾਨ ਚੱਕਿਆ ਤੇ ਉਹ ਵੀ ਬਾਹਰ ਵੱਲ ਨੂੰ ਚੱਲ ਪਿਆ। ਬੈਲਟ ਤੋਂ ਆਪਣਾ ਬੈਗ ਲੈਣ ਤੋਂ ਬਾਅਦ ਕਰਮਾ ਜਦ ਏਅਰਪੋਰਟ ਤੋਂ ਬਾਹਰ ਆਇਆ ਤਾਂ ਉਦੋਂ ਤੱਕ ਸ਼ਾਮ ਹੋ ਚੁੱਕੀ ਸੀ। ਬਾਹਰ ਬਹੁਤ ਸਾਰੇ ਲੋਕ ਆਪਣੇ ਦੋਸਤਾਂ ਮਿੱਤਰਾਂ ਨੂੰ ਲੈਣ ਲਈ ਆਏ ਖੜੇ ਹੋਏ ਸਨ। ਕਰਮਾ ਆਸੇ-ਪਾਸੇ ਨੂੰ ਦੇਖਦਾ ਹੋਇਆ ਬਾਹਰ ਨੂੰ ਤੁਰਿਆ ਆ ਰਿਹਾ ਸੀ। ਜਦ ਉਸਦਾ ਧਿਆਨ ਆਪਣੇ ਨਾਮ ਵਾਲਾ ਕਾਗਜ਼ ਫੜੀ ਇੱਕ ਸਰਦਾਰ ਤੇ ਨਜ਼ਰ ਪਈ। ਕਰਮਾ ਉਸਦੇ ਕੋਲ ਆਇਆ ਤੇ ਆਪਣਾ ਨਾਮ ਪੜ੍ਹਦੇ ਹੋਏ ਕਹਿਣ ਲੱਗਾ, ਸਤਿ ਸ਼੍ਰੀ ਅਕਾਲ ਸਰਦਾਰ ਜੀ, ਮੈਂ ਹੀ ਹਾਂ ਕਰਮਦੀਪ ਸਿੰਘ। ਫਿਰ ਉਹ ਸਰਦਾਰ ਬੰਦਾ ਉਸਦੇ ਹੱਥੋਂ ਸਮਾਨ ਫੜਦੇ ਹੋਏ ਕਹਿਣ ਲੱਗਾ, ਸਤਿ ਸ਼੍ਰੀ ਅਕਾਲ ਪੁੱਤ, ਮੇਰਾ ਨਾਮ ਆ ਬਲਦੇਵ ਸਿੰਘ। ਮੈਨੂੰ ਸਰਦਾਰ ਹੁਣਾਂ ਨੇ ਤੈਨੂੰ ਲੈਣ ਲਈ ਭੇਜਿਆ। ਹੋਰ ਸਫ਼ਰ ਕਿਵੇਂ ਰਿਹਾ ਤੇਰਾ? ਕਰਮਾ, ਹਾਂਜੀ ਅੰਕਲ ਜੀ, ਸਫ਼ਰ ਠੀਕ ਸੀ ਜੀ। ਬਲਦੇਵ, ਚੱਲ ਆ ਜਾ ਫਿਰ ਪੁੱਤਰਾ ਮੇਰੇ ਨਾਲ। ਕਰਮਾ ਫਿਰ ਉਹਨਾਂ ਦੇ ਮਗਰ ਹੀ ਆਪਣਾ ਬਾਕੀ ਦਾ ਸਮਾਨ ਲੈ ਕੇ ਤੁਰ ਪਿਆ। ਪਾਰਕਿੰਗ 'ਚ ਜਾ ਕੇ ਉਹਨਾਂ ਨੇ ਸਮਾਨ ਗੱਡੀ 'ਚ ਰੱਖਿਆ ਤੇ ਫਿਰ ਉਹ ਦੋਵੇਂ ਗੱਡੀ 'ਚ ਬੈਠ ਕੇ ਆਪਣੀ ਮੰਜ਼ਿਲ ਵੱਲ ਨੂੰ ਚੱਲ ਪਏ। ਕਰਮਾ ਗੱਡੀ ਦੇ ਸ਼ੀਸ਼ੇ 'ਚੋਂ ਬਾਹਰ ਬੜੀਆਂ ਉੱਚੀਆਂ-ਉੱਚੀਆਂ ਇਮਾਰਤਾਂ ਨੂੰ ਹੈਰਾਨੀ ਨਾਲ ਦੇਖਦਾ ਹੋਇਆ ਦੇਖ ਰਿਹਾ ਸੀ। ਉਹਨੂੰ ਏਦਾਂ ਬਾਹਰ ਵੱਲ ਦੇਖਦੇ ਹੋਏ ਦੇਖ ਕੇ ਬਲਦੇਵ ਕਹਿਣ ਲੱਗਾ, ਕੀ ਦੇਖਦਾ ਪੁੱਤਰਾ? ਉਹ ਤਾਂ ਲੋਕ ਇਸ ਨੂੰ ਤਾਂ ਮਿੱਠੀ ਜੇਲ੍ਹ ਕਹਿੰਦੇ ਆ। ਬੰਦਾ ਸਾਲਾ ਕਈ ਵਾਰੀ ਆਉਂਦਾ ਤਾਂ ਡਾਲਰ ਕਮਾਉਣ ਹੀ ਆ, ਪਰ ਉੱਚੀਆਂ ਇਮਾਰਤਾਂ ਨੂੰ, ਸਾਫ਼ ਸਫਾਈ ਤੇ ਇੱਥੇ ਦੇ ਖੁੱਲੇ ਡੁੱਲੇ ਸਿਸਟਮ ਨੂੰ ਦੇਖ ਕੇ ਨਾ ਚਾਹੁੰਦੇ ਹੋਏ ਵੀ ਇੱਥੇ ਦਾ ਹੀ ਹੋ ਕੇ ਰਹਿ ਜਾਂਦਾ। ਹੁਣ ਮੇਰੇ ਵੱਲ ਹੀ ਦੇਖ ਲੈ, ਮੈਂ ਵੀ ਤਾਂ ਕਦੇ ਆਪਣੇ ਘਰ ਇਹੀ ਕਹਿ ਕੇ ਆਇਆ ਸੀ ਕਿ ਮੈਂ ਪਰਦੇਸ ਸਿਰਫ ਪੈਸੇ ਕਮਾਉਣ ਚੱਲਿਆ। ਇੱਥੇ ਆ ਕੇ ਮੈਂ ਖੂਬ ਪੈਸਾ ਕਮਾਇਆ, ਆਪਣਾ ਵਧੀਆ ਘਰ ਬਣਾਇਆ, ਜ਼ਮੀਨ ਜਾਇਦਾਦ ਬਣਾਈ, ਧੀ ਪੁੱਤ ਪੜ੍ਹਾਏ ਲਿਖਾਏ, ਚੰਗੇ ਕੰਮਾਂ ਕਾਰਾਂ ਤੇ ਲਗਾਏ। ਅਸੀਂ ਤਾਂ ਘਰ ਦੀਆਂ ਕੁਝ ਜ਼ਰੂਰਤਾਂ ਨੂੰ ਪੂਰਾ ਕਰਨ ਨਿਕਲੇ ਸੀ ਪੁੱਤਰਾ। ਕਦੇ ਸੋਚਿਆ ਵੀ ਨਹੀਂ ਸੀ ਕਿ ਇੱਕ ਦਿਨ ਘਰ ਜਾਣਾ ਹੀ ਇੱਕ ਸੁਪਨਾ ਬਣ ਕੇ ਰਹਿ ਜਾਵੇਗਾ। ਵੈਸੇ ਵੀ ਹੁਣ ਉਸ ਘਰ ਵਿੱਚ ਹੈਗਾ ਹੀ ਕੌਣ ਆ? ਧੀ ਪੁੱਤ ਦੋਵੇਂ ਇੱਥੇ ਹੀ ਰਹਿੰਦੇ ਆ। ਘਰ ਵਾਲੀ ਤਾਂ ਕਦੋਂ ਦੀ ਹੀ ਜਹਾਨੋਂ ਕੂਚ ਕਰ ਗਈ। ਜਦ ਵੀ ਛੁੱਟੀ ਕੱਟਣ ਮੈਂ ਪਿੰਡ ਆਉਂਦਾ ਤਾਂ ਨਾ ਪਿੰਡ 'ਚ ਬਣੀ ਹਵੇਲੀ ਤੇ ਦਰਵਾਜ਼ੇ ਤੇ ਮੂੰਹ ਤੇ ਲੱਗਾ ਇੰਨੇ ਵੱਡੇ ਜਿੰਦੇ ਨੂੰ ਦੇਖ ਮੈਨੂੰ ਇੰਜ ਲੱਗਦਾ ਹੈ ਜਿਵੇਂ ਇਹ ਮੈਨੂੰ ਚਿੜਾਉਂਦਾ ਹੋਇਆ ਇਹ ਕਹਿ ਰਿਹਾ ਹੋਵੇ। ਫਿਰ ਕਿਉਂ ਬਲਦੇਵ ਸਿਆ, ਤੂੰ ਤਾਂ ਪੈਸਾ ਕਮਾਉਣ ਗਿਆ ਪਰ ਸਾਰੀ ਉਮਰ ਤੂੰ ਘਰ ਨਾ ਮੁੜਿਆ। ਤੇਰੇ ਬੇਬੇ ਬਾਪੂ ਦਾ ਤੇਰੀ ਰਾਹ ਦੇਖਦੇ ਦੇਖਦੇ ਹੀ ਇਸ ਜਹਾਨ ਤੋਂ ਤੁਰ ਗਏ। ਪਤਾ ਨਹੀਂ ਇਹ ਡਾਲਰਾਂ ਦਾ ਕੈਸਾ ਮੋਹ ਆ ਜਿਸ ਦੇ ਵਿੱਚ ਬੰਦਾ ਇੱਕ ਵਾਰੀ ਫਸ ਜਾਏ ਨਾ ਤਾਂ ਸਾਰੀ ਜ਼ਿੰਦਗੀ ਘੁੰਮਣ ਘੇਰੀ 'ਚ ਹੀ ਨਿਕਲ ਜਾਂਦੀ ਆ। ਸਾਰੀ ਦੁਨੀਆ ਘੁੰਮ ਫਿਰ ਕੇ ਜਦ ਮੈਂ ਘਰ ਜਾਂਦਾ ਹਾਂ ਨਾ ਤਾਂ ਮੈਂ ਅਕਸਰ ਹੀ ਕਦੇ ਕਦਾਈ ਬੈਠਾ ਸੋਚਦਾ ਹੁੰਦਾ ਕਿ ਵਾਹ ਓਏ ਬਲਦੇਵ ਸਿਆ, ਆਖਰ ਕਾਹਦੇ ਲਈ ਅਸੀਂ ਆ ਵੱਡੇ ਵੱਡੇ ਮਹਿਲ ਮੁਨਾਰੇ ਛੱਤੀ ਬੈਠੇ ਆ ਜਦ ਕਿ ਅਸੀਂ ਰਹਿਣਾ ਹੀ ਨਹੀਂ ਇੱਥੇ। ਆ ਕਿਸੇ ਨੇ ਕਈ ਸਾਲਾਂ ਪਿੱਛੋਂ ਬਸ 2-4 ਮਹੀਨੇ ਲਈ ਪਿੰਡ ਆਈਦਾ ਤਾਂ ਇਸੇ ਬਹਾਨੇ ਹਵੇਲੀ ਦੀ ਸਾਫ਼ ਸਫਾਈ ਵੀ ਹੋ ਜਾਂਦੀ ਆ। ਉਹ ਚੱਲ ਛੱਡ ਯਾਰ, ਮੈਂ ਵੀ ਕਿਹੜੀਆਂ ਗੱਲਾਂ ਲੈ ਕੇ ਬੈਠ ਗਿਆ। ਤੂੰ ਇਹ ਦੱਸ ਮੁੰਡਿਆ, ਪੰਜਾਬ ਤੋਂ ਆਇਆ
ਤਾਂ ਸਾਡੇ ਲਈ ਵੀ ਕੁਝ ਲੈ ਕੇ ਆਇਆ ਹਾਂ ਜਾਂ ਨਹੀਂ। ਇਸ ਕਹਾਣੀ ਦਾ ਅਗਲਾ ਭਾਗ ਤੁਹਾਡੇ ਲਈ ਕੱਲ ਨੂੰ ਪੇਸ਼ ਕੀਤਾ ਜਾਵੇਗਾ। ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸੋ। ਅਤੇ ਜਿਨ੍ਹਾਂ ਨੇ ਵੀ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਉਹ ਜਲਦੀ ਨਾਲ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਨਵੀਆਂ ਕਹਾਣੀਆਂ ਤੁਹਾਡੇ ਤੱਕ ਜਲਦ ਪਹੁੰਚ ਸਕਣ। ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਤੁਹਾਡਾ ਸਾਰਿਆਂ ਦਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।